सतनाम। श्री वाहिगुरु साहिब जीओ। सोहिला राग गौड़ी दीपकी महला पहला। एक ओंकार सतगुर प्रसाद। जय कर कीरत आखिए करते का होए विचारो। तित कर गावो सोहिला सिवरे हो सिरजनहारो। तुम गाव हो मेरे निर्भौ का सोहिला। हों वारी जित सोहिला सदा सुख होए रहा। हों वारी जित सोहिला सदा सुख होए रहा। वाहिगुरु जी का खालसा वाहिगुरु जी की फतेह। आओ गुरु प्यारे गुरु सवारे सतसंगी जनो। रोजाना की तरह पातशाह जी की अपार किरपा बख्शिश का सदका आप जी अमृत वेले तो लैकर के ही हाजरियां लवा रहे हो। लड़ीवार कथा विचार नाल जुड़ना करिए। आप जी अमृत वेले दे नितनेम उपरंत आसा जी की वार के शब्द कीर्तन सरवण कर रहे सी। उपरंत पवित्र शब्द का पाठ सरवण किया जी, जो कि आप जी ने सोहला साहब का पहला शब्द सरवण किया है। श्री ग्रंथ साहब जी के अंग 12 उपर सुभाएमान है। धन धन श्री गुरु नानक देव महाराज जी के इस बाणी विच 3 शब्द हैं अते एक शब्द चौथे पातशाह जी का, एक 5वें पातशाह जी का। इयों 5 शब्दों की यह बाणी सोहला साहिब सिख दे लई सतगुरां ने जिवें नितनेम सवेर वेले का अमृत और दिन छिपदे दे नाल रह रास का जाप पाठ, सौण वेले जिहड़ा है सोहला साहिब का जाप उचारण करना, सोहला साहिब की बाणी पढ़ना, ये सतगुरां का हुक्म है। और इस बाणी नूं रचन का कारण उथानका की है। कहंदे एक बार धन धन श्री गुरु नानक देव जी महाराज अपने स्थान ते विराजमान सन। और लहणा जी उन्हां दी सेवा कर रहे सन। ते सेवा करदियां होइयां की देखिया सतगुरु अंगद देव महाराज जी ने कि सतगुरां दे चरनां उपर कुछ झरीटां जिवें आपां खेतां चों लंघीए ते सूलां दीयां झरीटां ਵੱਜ ਜਾਂਦੀਆਂ ਲੱਤਾਂ ते पैरां ते कंडियां दीयां, इदां दीयां झरीटां ते कुछ थोड़ा थोड़ा जिहा खून सिमिया होया। जदों सतगुरु अंगद देव महाराज जी ने देखिया ना ते उन्हां ने उस वेले पुछना किया, महाराज आ की कारण है, अज तुसी खेतां वाल तां गए नहीं, हले घरे ही हो ते आ तुहाडे पवित्र चरनां उपर
ਇਹ ਲਖੀਰਾਂ, ਇਹ ਝਰੀਟਾਂ ਜੀਆਂ ਕੰਡਿਆਂ ਦੀਆਂ ਕਿਵੇਂ ਵੱਜ ਗਈਆਂ, ਕੁਝ ਖੂਨ ਵੀ ਸਿਮਿਆ ਹੋਇਆ ਹੈ। ਉਸ ਇਸ ਗੱਲ ਨੂੰ ਭਾਈ ਸੰਤੋਖ ਸਿੰਘ ਜੀ ਨੇ ਕਵਿਤਾ ਬਣਾ ਕੇ ਆਪਣੀ ਸ਼ਾਮ ਦੇ ਇਤਿਹਾਸ ਵਿੱਚ ਵੀ ਲਿਖਿਆ ਹੋਇਆ। ਬੂਝਿਓ ਲਹਿਣੇ ਦੁਆ ਕਰ ਬੰਦੇ, ਕਿਸ ਵਿਦ ਕੰਟਕ ਲੱਗੇ ਮੁਕੰਦੇ, ਮੁਕਤੀ ਦਾਤੇ ਸਤਿਗੁਰੂ ਇਹ ਕੰਡੇ ਕਿੱਥੋਂ ਲੱਗ ਗਏ। ਬਹਿਰ ਕਹੂੰ ਅਸ ਠੌਰ ਨ ਮਾਹੀ, ਗਮਨੇ ਪ੍ਰਭੂ ਆਪ ਕਬ ਨਾਹੀ। ਅੱਜ ਤਾਂ ਤੁਸੀਂ ਹਜੇ ਬਾਹਰ ਵੀ ਨਹੀਂ ਗਏ ਕਿਧਰੇ। ਅਬ ਲਾਗੀ ਹੈ ਪਰੈ ਲਿਖਾਈ, ਇਹ ਕਾਰਨ ਮੁਝ ਦੇਹੋ ਬਤਾਈ। ਮੈਨੂੰ ਲੱਗਦਾ ਕਿ ਹੁਣੇ ਹੁਣੇ ਤੁਹਾਡੇ ਝਰੀਟਾਂ ਵੱਜੀਆਂ ਪਵਿੱਤਰ ਚਰਨਾਂ ਉੱਪਰ। ਦੱਸਣਾ ਕਰੋ ਇਹ ਕਿੱਥੋਂ ਆ ਗਈਆਂ ਮਹਾਰਾਜ। ਸੁਣ ਕੇ ਸਤਿਗੁਰ ਗਿਰਾ ਉਲਾਈ, ਇੱਕ ਅਜਾਲੀ ਅਜਾ ਚਰਾਈ। ਬਾਹਰ ਕਹਿੰਦੇ ਇੱਕ ਬੱਕਰੀਆਂ ਚਾਰਨ ਵਾਲਾ ਆ ਜਿਹੜੀ ਬੱਕਰੀਆਂ ਚਾਰਦਾ ਫਿਰਦਾ ਹੈ। ਮਨ ਕਾਂਤ ਹੋਏ ਪ੍ਰੀਤ ਜੁਤ ਪੜ੍ਹੈ ਸੋਹਿਲਾ ਜੋਏ। ਕਿਉਂਕਿ ਬਾਣੀ ਸੋਹਿਲਾ ਸਾਹਿਬ ਦੀ ਉਦੋਂ ਪਹਿਲਾਂ ਦੀ ਬਣੀ ਹੋਈ ਆ ਕਿ ਉਹ ਬੱਕਰੀਆਂ ਚਾਰਨ ਵਾਲਾ ਕੋਈ ਗੁਰੂ ਕਾ ਸਿੱਖ ਹੈ ਜਿਸ ਦੇ ਜਵਾਨੀ ਕੰਠ ਹੈ ਬਾਣੀ, ਔਰ ਉਹ ਦੁਪਹਿਰੇ ਹੀ ਇਸ ਬਾਣੀ ਨੂੰ ਪੜ੍ਹ ਰਿਹਾ ਸੀ। ਕਹਿੰਦੇ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਉਹ ਆਜੜੀ ਜਿਹੜਾ ਹੈ ਸੋਹਿਲਾ ਸਾਹਿਬ ਦਾ ਜਾਪ ਖੇਤਾਂ ਵਿੱਚ ਤੁਰਿਆ ਫਿਰਦਾ ਕਰ ਰਿਹਾ ਹੈ। ਔਰ ਜਦੋਂ ਕੋਈ ਇੰਨੇ ਪ੍ਰੇਮ ਦੇ ਨਾਲ ਬਾਣੀ ਦਾ ਉਚਾਰਨ ਕਰਦਾ ਹੈ ਫਿਰ ਸੋਹਿਲਾ ਸਾਹਿਬ ਦਾ ਜਾਪ, ਉਦੋਂ ਮੈਂ ਉਸ ਦੀ ਰਕਸ਼ਾ ਕਰਦਾ, ਉਹਦੇ ਨਾਲ ਰਹਿੰਦਾ ਹਾਂ। ਉਹ ਮੇਰੀ ਬਾਣੀ ਉਚਾਰਨ ਕਰ ਰਿਹਾ, ਮੈਂ ਉਹਦੇ ਕੰਡੇ ਨਹੀਂ ਵੱਜਣ ਦਿੰਦਾ। ਜੋ ਉਹਦੇ ਕੰਡੇ ਵੱਜਣੇ ਸਨ ਉਹ ਮੈਂ ਆਪਣੇ ਸਰੀਰ 'ਤੇ ਖਾ ਲਏ। ਐਸੀ ਗੱਲ ਨਹੀਂ ਹੈ। ਇਹੋ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਪਿੱਛੇ ਆਪਾਂ ਸਰਵਣ ਕੀਤਾ ਸੀ। ਕਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਭੱਠੇ ਬੈਠ ਗਏ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਅੱਗ ਦਾ ਸੇਕ ਉਹਨਾਂ ਨੂੰ ਲੱਗਣ ਨਹੀਂ ਦਿੱਤਾ। ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਕਹਿੰਦੇ ਜਾਓ ਇਸ ਪਾਸੇ ਖੇਤਾਂ ਵੱਲ ਇੱਕ ਆਜੜੀ ਫਿਰਦਾ ਬੱਕਰੀਆਂ ਚਾਰਦਾ, ਜਾਓ ਉਹਨੂੰ ਬੁਲਾ ਕੇ ਲਿਆਓ। ਕਹਿੰਦੇ ਜਦ ਖੇਤਾਂ ਵੱਲ ਲਹਿਣਾ ਜੀ ਗਏ ਤੇ ਉੱਥੇ ਵਾਕਿਆ ਹੀ ਇੱਕ ਆਜੜੀ ਬੱਕਰੀਆਂ ਚਾਰ ਰਿਹਾ ਸੀ। ਉਸ ਨੂੰ ਸੱਦ ਕੇ ਲਿਆਂਦਾ ਤੇ ਆਜੜੀ ਨੇ ਆ ਕਰਕੇ ਨਮਸਕਾਰ ਕੀਤੀ। ਪਾਤਸ਼ਾਹ ਜੀ ਨੇ ਬੜਾ ਪਿਆਰ ਦੇ ਨਾਲ ਉਸ ਨੂੰ ਗਲਵਕੜੀ 'ਚ ਲਿਆ। ਕਹਿਣ ਲੱਗੇ ਸਿੱਖਾ ਤੂੰ ਮੈਨੂੰ ਬਹੁਤ ਪਿਆਰ ਕਰਦਾ, ਇਹ 'ਚ ਕੋਈ ਸ਼ੱਕ ਨਹੀਂ। ਤੇਰੇ ਮੂੰਹ ਜਵਾਨੀ ਬਾਣੀ ਕੰਠ ਹੋ ਗਈ ਹੈ, ਬਹੁਤ ਵਧੀਆ ਕਿਰਪਾ ਇਹ ਪਰਮੇਸ਼ਰ ਦੀ ਤੇਰੇ 'ਤੇ। ਪਰ ਜਿਹੜੀ ਹੈ ਬਾਣੀ ਤੂੰ ਦੁਪਹਿਰੇ ਪੜ੍ਹ ਰਿਹਾ ਹੈ, ਸੋਹਿਲਾ ਸਾਹਿਬ ਦਾ ਜਾਪ ਜਿਹੜਾ ਤੂੰ ਦੁਪਹਿਰੇ ਪੜ੍ਹ ਰਿਹਾ ਹੈ, ਇਹ ਰਾਤ ਨੂੰ ਸ਼ਾਮ ਨੂੰ ਸੌਣ ਵੇਲੇ ਮੰਜੇ 'ਤੇ ਬੈਠ ਕੇ ਪੜ੍ਹਨਾ। ਮਰਜ਼ਾਦਾ ਵੀ ਬਣਾਈ ਹੈ ਕਿ ਹੱਥ ਮੂੰਹ ਧੋ ਕੇ ਪਲੰਘੇ 'ਤੇ ਬੈਠ ਕੇ ਸਿਰਹਾਣੇ ਵੱਲ ਮੂੰਹ ਕਰਕੇ ਫਿਰ ਇਹ ਸੋਹਿਲਾ ਸਾਹਿਬ ਦਾ ਜਾਪ ਕਰਨਾ ਹੈ। ਇਹ 3 ਸ਼ਬਦ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਸਨ ਉਸ ਵੇਲੇ ਬਾਬੇ ਨਾਨਕ ਨੇ। ਔਰ ਉਸ ਦਿਨ ਤੋਂ ਬਾਅਦ ਸਤਿਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਵੀ ਹੁਕਮ ਦਿੱਤਾ ਕਿ ਜਿਹਨੇ ਸੋਹਿਲਾ ਸਾਹਿਬ ਦਾ ਜਾਪ ਕਰਨਾ ਸ਼ਾਮ ਨੂੰ ਪਲੰਘੇ 'ਤੇ ਬੈਠ ਕੇ ਕਰਨਾ। ਇਹ ਦੁਪਹਿਰੇ ਕਰਨ ਵਾਲੀ ਬਾਣੀ ਨਹੀਂ। ਬਾਣੀਆਂ ਦਾ ਵੀ ਸਮਾਂ ਹੈ, ਰਾਗਾਂ ਦਾ ਵੀ ਸਮਾਂ ਹੁੰਦਾ ਹੈ। ਜਪਜੀ ਸਾਹਿਬ ਅੰਮ੍ਰਿਤ ਵੇਲੇ ਪੜ੍ਹਦੇ ਹਾਂ ਆਪਾਂ, ਔਰ ਰਹਿਰਾਸ ਸਾਹਿਬ ਸ਼ਾਮ ਨੂੰ ਦਿਨ ਛਿਪਦੇ ਨਾਲ ਪੜ੍ਹੀ ਦੀ ਆ। ਸੋਹਿਲਾ ਸਾਹਿਬ ਦਾ ਜਾਪ ਸੌਣ ਵੇਲੇ ਕਰਨਾ ਹੈ। ਸਾਰਿਆਂ ਸਿੱਖਾਂ ਨੂੰ ਇਹ ਮਰਜ਼ਾਦਾ ਦੱਸੀ। ਇਸੇ ਤਰ੍ਹਾਂ ਹੀ ਕੁਝ ਸਮੇਂ ਦੇ ਬਾਅਦ ਅੱਗੇ ਜਾ ਕੇ ਸਮਾਂ ਆਇਆ 5ਵੇਂ ਪਾਤਸ਼ਾਹ ਜੀ ਦਾ। ਇਹਨਾਂ ਦੇ ਕੋਲ ਕਹਿੰਦੇ ਇੱਕ ਵਪਾਰੀ ਆਇਆ। ਉਸ ਵਪਾਰੀ ਨੇ ਬੇਨਤੀ ਕੀਤੀ, ਮਹਾਰਾਜ ਮੈਂ ਘੋੜਿਆਂ ਦਾ ਵਪਾਰ ਕਰਦਾ, ਕਈ ਵਾਰੀ ਰਸਤੇ ਵਿੱਚ ਪੜਾਅ ਕਰਨੇ ਪੈਂਦੇ ਆ ਤੇ ਮੈਂ ਜਦ ਸੌਂ ਜਾਣਾ ਤੇ ਕਈ ਵਾਰੀ ਮੇਰੇ ਘੋੜੇ ਚੋਰੀ ਹੋ ਜਾਂਦੇ ਆ। ਚੋਰ ਪਿੱਛੇ ਲੱਗੇ ਹੁੰਦੇ ਆ, ਚੋਰੀਓਂ ਘੋੜੇ ਖੋਲ ਕੇ ਲੈ ਜਾਂਦੇ ਆ। ਮਹਾਰਾਜ
ਕਿਰਪਾ ਕਰੋ। ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਸਿੱਖਾ ਜਦੋਂ ਸੌਣਾ ਹੋਵੇ ਨਾ ਉਦੋਂ ਸੋਹਿਲਾ ਸਾਹਿਬ ਦਾ ਪਾਠ ਕਰ ਲਿਆ ਕਰ ਪੈਣ ਲੱਗਿਆ, ਜਿਸ ਦੇ ਨਾਲ ਅੱਗੇ ਚੱਲ ਕੇ ਪੰਜਵੇਂ ਪਾਤਸ਼ਾਹ ਜੀ ਨੇ ਇੱਕ ਸ਼ਬਦ ਗੁਰੂ ਰਾਮਦਾਸ ਮਹਾਰਾਜ ਜੀ ਦਾ ਔਰ ਇੱਕ ਆਪਣਾ ਸ਼ਬਦ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੇ ਬੇਲਾ, ਇਹ ਦੋ ਸ਼ਬਦ ਹੋਰ ਨਾਲ ਲਾ ਕੇ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੋਈ ਸ਼੍ਰੀ ਰਾਮਦਾਸ ਸਰੋਵਰ ਵਿਖੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਪਿਆਰੂ ਗ੍ਰੰਥ ਸਾਹਿਬ ਜੀ ਦੀ ਮੀੜ ਦੀ ਸੇਵਾ ਹੋਈ। ਉਸ ਵੇਲੇ ਸਤਿਗੁਰਾਂ ਨੇ ਇਹ ਪੰਜੇ ਸ਼ਬਦ ਫਿਰ ਆਰੰਭਤਾ ਦੇ ਵਿੱਚ ਪਹਿਲਾਂ ਜਪਜੀ ਸਾਹਿਬ ਹੈ, ਰਹਿਰਾਸ ਸਾਹਿਬ ਤੇ ਫਿਰ ਸੋਹਿਲਾ ਸਾਹਿਬ ਜੀ ਦਾ ਜਾਪ ਹੈ ਜਿਹੜਾ ਇਹ ਲਿਖਣਾ ਕੀਤਾ। ਤੇ ਉਸ ਵਪਾਰੀ ਨੂੰ ਹੁਕਮ ਦਿੱਤਾ ਕਿ ਇਹ ਬਾਣੀ ਪੜ੍ਹ ਕੇ ਸੌਂਇਆ ਕਰ, ਤੇਰੇ ਆਸੇ ਪਾਸੇ ਤੇਰੇ ਘੋੜਿਆਂ ਦੇ ਚਾਰ ਛਪੇਰੇ ਕਹਿੰਦੇ ਕੰਧ ਹੋ ਜਾ ਕਰੇਗੀ, ਭਾਵ ਚੋਰ ਐਂਟਰੀ ਨਹੀਂ ਕਰ ਸਕੇਗਾ, ਤੇਰੇ ਘੋੜਿਆਂ ਨੂੰ ਚੋਰੀ ਨਹੀਂ ਕਰ ਸਕੇਗਾ। ਦੱਸਦੇ ਆ ਕਹਿੰਦੇ ਉਸ ਦਿਨ ਤੋਂ ਬਾਅਦ ਵਪਾਰੀ ਨੇ ਆਪਣਾ ਨੇਮ ਬਣਾ ਲਿਆ ਤੇ ਸੋਹਿਲਾ ਸਾਹਿਬ ਜੀ ਦਾ ਜਾਪ ਕਰਨਾ ਸ਼ੁਰੂ ਕੀਤਾ। ਇੱਕ ਦਿਨ ਕਹਿੰਦੇ ਬੜਾ ਥੱਕਿਆ ਹੋਇਆ ਸੀ ਇਹ, ਤੇ ਸੋਚਿਆ ਚੱਲ ਲੰਬੇ ਪਏ ਪਏ ਕਰ ਲੈਂਦੇ ਆ। ਕਹਿੰਦੇ ਉਸ ਦੇ ਰਕਸ਼ਾ ਵਿੱਚ ਕੁਝ ਫਰਕ ਰਹਿ ਗਿਆ ਤੇ ਚੋਰ ਜਿਹੜੇ ਐਂਟਰੀ ਕਰ ਗਏ। ਜਦ ਖੜਕਾ ਸੁਣਿਆ ਇਸ ਨੇ ਉੱਠਿਆ, ਇਹਦੇ ਯਾਦ ਆਇਆ ਮੈਂ ਸੋਹਿਲਾ ਸਾਹਿਬ ਦਾ ਜਾਪ ਹੈ ਜਿਹੜਾ ਮਰਜ਼ਾਦਾ ਨਾਲ ਨਹੀਂ ਕੀਤਾ। ਅੱਜ ਜਿਹੜੇ ਚੋਰ ਸਨ ਉੱਥੇ ਡੁੱਬ ਕੇ ਬੈਠ ਗਏ ਵੀ ਇਹ ਸੌਂ ਜਾਵੇਗਾ ਫਿਰ ਲੈ ਜਾਵਾਂਗੇ। ਤਾਂ ਗੁਰੂ ਪਿਆਰਿਓ ਉਸਨੇ ਸੋਹਿਲਾ ਸਾਹਿਬ ਜੀ ਦਾ ਜਾਪ ਬੈਠ ਕੇ ਕਰ ਲਿਆ, ਚੌਂਕੜਾ ਮਾਰ ਕੇ। ਫਿਰ ਚਾਰ ਚਫੇਰੇ ਕਹਿੰਦੇ ਕੰਧ ਹੋ ਗਈ। ਫਿਰ ਚੋਰਾਂ ਤੋਂ ਕਹਿੰਦੇ ਬਾਹਰ ਨਹੀਂ ਨਿਕਲਿਆ ਗਿਆ। ਜਦ ਦਿਨ ਚੜ੍ਹਿਆ ਇਹਨੇ ਨਿਤਨੇਮ ਕੀਤਾ, ਜਪਜੀ ਸਾਹਿਬ ਦਾ ਪਾਠ ਕੀਤਾ। ਜਦ ਘੋੜਿਆਂ ਵੱਲ ਆਇਆ ਕਹਿੰਦੇ ਉਹ ਦੋ ਚੋਰ ਜਿਹੜੇ ਸਨ ਉੱਥੇ ਹੀ ਬੈਠੇ ਹਨ ਵਿੱਚੇ ਘੋੜਿਆਂ ਦੇ ਦੁਬਕੇ ਹੋਏ। ਇਹਨੂੰ ਦੇਖ ਕੇ ਡਰ ਗਏ ਤੇ ਇਸ ਨੂੰ ਕਹਿਣ ਲੱਗੇ, ਭਾਈ ਸਾਹਿਬ ਸਾਨੂੰ ਮਾਫ਼ ਕਰ ਦਿਓ, ਅਸੀਂ ਤੁਹਾਡੇ ਘੋੜੇ ਚੋਰੀ ਕਰਨ ਆਏ ਸੀ। ਅਸੀਂ ਘੋੜਿਆਂ ਕੋਲ ਆ ਤਾਂ ਗਏ ਪਰ ਫਿਰ ਪਤਾ ਨਹੀਂ ਕੀ ਹੋਇਆ, ਤੁਹਾਡੇ ਘੋੜਿਆਂ ਦੇ ਕੋਲੋਂ ਨਿਕਲ ਨਹੀਂ ਸਕੇ। ਐਸਾ ਕੀ ਕੀਤਾ? ਉਹ ਸਿੱਖ ਨੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਗੁਰੂ ਨਾਨਕ ਜੀ ਦਾ ਸ਼ੁਕਰੀਆ ਕੀਤਾ ਹੈ ਔਰ ਉਹਨਾਂ ਨੂੰ ਵੀ ਗੁਰੂ ਦੇ ਲੜ ਲੱਗਣ ਲਈ ਬੇਨਤੀ ਕੀਤੀ, ਪ੍ਰੇਰਨਾ ਕੀਤੀ। ਸੋ ਇਹ ਸ਼ਬਦ ਪਵਿੱਤਰ ਬਾਣੀ ਸੋਹਿਲਾ ਸਾਹਿਬ ਜੀ ਦੀ ਜੋ ਆਪਾਂ ਨੇ ਅੱਜ ਆਰੰਭ ਕੀਤੀ ਹੈ, ਇਹ ਦੋ ਉਥਾਨਕਾ ਹੁੰਦੀ ਹੈ ਕਿਸੇ ਸ਼ਬਦ ਨੂੰ ਉਚਾਰਨ ਦਾ ਕਾਰਨ ਤੇ ਉਸ ਦਾ ਸਥਾਨ ਕਿੱਥੇ ਉਚਾਰਿਆ ਗਿਆ। ਆਓ ਇਹ ਸ਼ਬਦ ਦੀ ਆਪਾਂ ਆਰੰਭਤਾ ਕਰਕੇ ਸਰਵਣ ਕਰਦੇ ਹਾਂ। ਵਿਚਾਰ ਸੋਹਿਲਾ 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 ਹੁੰਦਾ ਗੀਤ। ਤੁਸੀਂ ਵਿਆਹਾਂ ਦੇ ਵਿੱਚ ਬੀਬੀਆਂ ਨੂੰ ਦੋਹਰੇ ਸਿੱਠਣੀਆਂ ਸੋਹਿਲੇ ਗਾਉਂਦੇ ਵੇਖਦੇ ਹੋਵੋਗੇ। ਉਹ ਵਿਆਹ ਦੇ ਗੀਤ ਹਨ। ਇਹ ਪਰਮੇਸ਼ਰ ਦੇ ਗੀਤ ਹੈ, ਇਹਨਾਂ ਨੂੰ ਵੀ ਗਾਇਆ ਜਾਂਦਾ, ਰਾਗੀ ਜਥਾ ਗਾਉਂਦਾ ਹੈ। ਨੌਵੇਂ ਪਾਤਸ਼ਾਹ ਜੀ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ, ਜਨਮੀ ਅਕਾਰਥ ਕੀਨ ਭਲਿਆ। ਤੂੰ ਪਰਮੇਸ਼ਰ ਦੇ ਗੁਣ ਗਾਉਂਦਾ ਨਹੀਂ, ਆਪਣਾ ਜੀਵਨ ਖਰਾਬ ਕਰ ਰਿਹਾ ਹੈ। ਸੋਹਿਲਾ ਦਾ ਮਤਲਬ ਹੈ ਪਰਮੇਸ਼ਰ ਦੇ ਗੀਤ। ਰਾਗ ਗੌੜੀ, ਗੌੜੀ ਰਾਗ ਦੇ ਵਿੱਚੋਂ, ਗੌੜੀ ਰਾਗ ਦੀ ਇੱਕ ਵੰਨਗੀ ਹੈ ਗੌੜੀ ਦੀਪਕੀ। ਗੌੜੀ ਰਾਗ ਦੇ ਵਿੱਚੋਂ ਨਿਕਲਿਆ ਹੋਇਆ ਛੋਟਾ ਰਾਗ ਹੈ। ਜਿਸ ਤਰ੍ਹਾਂ ਆਪਾਂ ਰਾਗਮਾਲਾ ਪੜ੍ਹਦੇ ਹਾਂ, ਉਹਦੇ 'ਚ ਪੜ੍ਹਦੇ ਹਾਂ ਰਾਗ ਏਕ ਸੰਗ ਪੰਚ ਬਰੰਗਨ ਸੰਗੀ ਅਲਾਪੈ ਆਠੋ ਨੰਦਨ। ਇੱਕ ਰਾਗ ਹੁੰਦਾ ਹੈ, ਉਹਦੀਆਂ ਪੰਜ ਰਾਗਨੀਆਂ ਔਰ ਉਸ ਦੀਆਂ ਅੱਗੇ 8 ਪੁੱਤਰ। ਇਹ ਕੋਈ ਇਸਤਰੀਆਂ ਮਨੁੱਖ ਨਹੀਂ, ਇਹ ਉਦੋਂ ਵਿੱਚੋਂ ਨਿਕਲੇ ਹੋਏ ਛੋਟੇ ਰਾਗ ਹਨ ਅਸਲ ਵਿੱਚ। ਔਰ ਉਹਨਾਂ ਨੂੰ ਕਵੀਆਂ ਨੇ, ਸਤਿਗੁਰਾਂ ਨੇ ਇਸ ਢੰਗ ਦੇ ਨਾਲ ਲਿਖਣਾ ਕੀਤਾ।
फिर अगे एक एक राग दे नाल नाल किहड़ियां किहड़ियां रागणियां ते छोटे राग निकले हन। राग एक संग बंच बरंगन संगे अलाफै आठो नंदन भैरो राग, फिर श्री राग, जिन्ने भी राग हैं इन्हां सारियां दियां अगे वनगियां दसियां कि आ राग ते रागणियां इन्हां दे विचों निकलियां। खैर गौड़ी दीपकी राग गौड़ी दी एक वनगी आ उहदे विचों निकली। महला पहला, ये सोहला शब्द आ पहला शब्द है ते पहले पातशाह गुरु नानक देव जी का उचारिया होया है। इस शब्द नूं राग गौड़ी दे विच भी लिखना कीता सतगुरां ने। एक ओंकार, परमेश्वर एक है। ओंकार वो सृष्टि का मालक है, सृष्टि नूं बनाउण वाला है, चलाउण वाला है। कार भाव लगातार हर वेले चत्तो पैर 24 घंटे जुगां जुगांतरां तक, दुनिया के बनन तो पहलां तो लैके दुनिया के खात्मे तक, उदों भी बाद तक, आद सच जुगाद सच है भी सच नानक होसी भी सच। वो परमेश्वर जो है दुनिया के विच ही वसिया होया है। कुदरत करके वसिया सोए, वक्त विचारे सो बंदा होए। तो वो परमेश्वर संसार दे विच ही वसिया होया है। सत वो सत है, बाकी सब झूठ है। जिस तरह आपां सच हाँ पर कपड़े झूठे है, इहो जे किन्ने कपड़े आपां पाड़ दिते हैं बचपन तो लैके अज तक, हंडा के खत्म कर दिते, पर आपां हले हाँ। होर अगे जाओ, इहो जे शरीर भी आपां कई हंडाए, ये भी झूठे है। आ कपड़ा भी झूठा है, ये शरीर भी कपड़ा है। करमी आवे कपड़ा, चंगे भागां नाल मनुखा चोला मिले है। चोले तो बहुत तरह के है, कई जन्म पे कीट पतंगा, कई जन्म गजमीन कुरंगा, कई जन्म पंखी सर्प होयो, कई जन्म हैवर बिरख जोयो। पर सानू आ जिहड़ा चोला मिलिया भावें झूठा ही है पर बाकियां नालों चंगा है। और इहदे विच सत की है फिर जिहड़ा बोलण वाला है आत्मा, वो कदे मरदा नहीं। वो चोले बदलदा, जिवें आपां कपड़े बदलदे हैं वो भी चोले बदलदी है साडी आत्मा भी। आत्मा क्यों नहीं मरदी? क्योंकि परमात्मा दी अंश है। जिवें सोने दे जिन्ने मर्जी टोटे कर दिओ वो सोना ही रहणगे। सोने दे गहने बना दिओ सोना ही रहेगा, ढा दिओ गहने ढह जाणगे, सोना नहीं ढहिंदा कदे भी, सोना सोना ही रहेगा। इस तरह ही आत्मा जिहड़ी है, परमात्मा ते आत्मा ये दोने सत हन, सदा रहन वाले हन। इस सच नूं प्राप्त करने वास्ते लोड़ है गुर प्रसाद, गुरु दी कृपा दी। सत गुर, गुर दा मतलब दूसरा अर्थ ये भी है कि ये साडी जीवन जाच है, क्योंकि साडा जिउण है जिहड़ा साडे अंदर वो परमेश्वर करके ही है। जदों परमेश्वर ने साडी आत्मा चों खिच ली आपदी अंश, उदों ये बाडी जिहड़ी है, कुर्ता जिहड़ा है डिग पैना। ये झूठा है, खत्म होने वाला है, खत्म हो जाना। जिथों मिलिया पंजा तत्तां चों निकलिया, पंजा तत्तां च ही समा जाना है। पवन है मैं पवन समाया, ज्योति मैं ज्योत रल जाया, माटी माटी होई एक, रोवन हारे की कवन टेक। बाबा जी एक शब्द च पुछदे आ, तुसीं किहनूं रोने हो? जे तां शरीर नूं रोने हो तो तुहाडे कोले पिया सामने, मुर्दा हो गया। भाव विचों आत्मा बोलण वाली निकल गई है, शरीर बाडी पई है पूरी। जे तां इहनूं रोने हो फिर तां आ पिया, ये रखी रखो। ते जे तुसीं बोलण वाले नूं रोने हो तो उहनूं रोण दा फायदा कोई नहीं, वो मरदा नहीं, वो गया, निकल गया। बाबा बोलते थे कहाँ गए, देही कै संग रहते सुरत माहे, जो नृत्य करते कथा वार्ता कहते। जिहड़ा सुरत में शब्द चलदा है फिर मूँह राही विचारा बन के, बातां बन के बाहर निकलदा, गल्लां बातां बन के। वो कदे भी मरदा नहीं, वो सदा रहन वाला है।
ਤੇ ਸ਼ਬਦ ਵੀ ਕਦੇ ਮਰਦਾ ਨਹੀਂ, ਸ਼ਬਦ ਵੀ ਪਰਮੇਸ਼ਰ ਦਾ ਦੂਸਰਾ ਰੂਪ ਹੈ। 10ਵੇਂ ਪਾਤਸ਼ਾਹ ਜੀ ਭਾਈ ਨੰਦ ਲਾਲ ਜੀ ਗੋਇਆ ਕਹਿੰਦੇ ਮਹਾਰਾਜ ਤੁਹਾਡੇ ਕਿੰਨੇ ਸਰੂਪ ਹੈ ਸਾਨੂੰ ਦੱਸਣਾ ਕਰੋ। ਸਤਿਗੁਰ ਪਾਤਸ਼ਾਹ ਕਹਿੰਦੇ 3 रूप है मोहे को, मेरे 3 रूप ਹਨ। ਕਹਿੰਦੇ ਜੀ ਕਿਹੜੇ ਕਿਹੜੇ? ਇੱਕ ਨਿਰਗੁਣ ਜਿਹੜਾ ਸਾਰਿਆਂ ਵਿੱਚ ਵਸਿਆ ਹੋਇਆ ਹੈ, ਇੱਕ ਸਰਗੁਣ ਹੋ ਕੇ ਅਸੀਂ ਨਾਨਕ ਗੁਰੂ ਗੋਬਿੰਦ ਸਿੰਘ ਬਣ ਕੇ ਆਏ, ਹੁਣ ਸ਼ਬਦ ਗੁਰੂ। अब शब्द गुरु ही मेरा असली रूप है, मेरा रूप ग्रंथ जी जान, इसमें भेद न रंचक मान। ये दूसरा ते तीसरा रूप खालसा मेरो रूप है खास, ये पंथ भी मेरा ही रूप है। को सतनाम खालसे मैं हूँ करो निवास। ये 3 रूप है मेरे नंद लाल जी। तो मेरे प्रीतम जी कहते हैं ऐसे परमेश्वर नूं पाउण दे लई जिहड़ा साडा जीवन जाच है, साडा जीवन है जो साडी प्राणा दे विच जो रमिया होया है, जिस दे करके असी चलदे फिरदे बोलदे सुंघदे खांदे पींदे समझदे हाँ, ये उहदे करके है। उहनूं प्राप्त करन वास्ते सानूं लोड़ है गुर प्रसाद। प्रसाद हुंदा है किरपा, उस दी किरपा लैण दी, गुरु दी किरपा लैण दी। आओ सिखो जय हर कीरत आखी है, जय हर। जय घर का मतलब है जिस घर दे विच उस परमेश्वर का नाम जपिया जा सकता है। तो वो किहड़ा घर है गुरु प्यारिओ? वो घर है साडा मनुखा जीवन। जे मनुखा जीवन दे विच आके असीं नहीं जपिया ना, तो इस जन्म नूं छड्ड के 83,99,999 जूना जिहड़ियां हन उन्हां विच नहीं जपिया जाना। जय घर जिस घर दे विच ओहदी सिफत कीती जा सकदी है, करनी चाहिए। आ कीर्तन गुरु घर दे विच ही हुंदा ना, किसी विआह घर विच जाके तां नहीं हुंदा। कोई सतनाम श्री इत्थे ही हो सकदा है, इत्थे आपां करदे आ। इदों भी अगे ये जस जिहड़ा है गुरु नानक दा, ये गीत जिहड़े हन गुरु नानक दे परमेश्वर दे बनाए होए सोहला, सोहले भाव गीत। ये जिहड़ा गीत है सोहला साहब शाम नूं सौण वेले सिख ने गाउणा है। इहदा एक होर भी मतलब है कि सौण वेले निश्चिंत हो के सौ जो परमेश्वर का नाम जपदे होए, और ये सोच के पता नहीं तड़के उठिए कि ना उठिए, रात नूं सुरत दी जेब दे विच किराया पा के पाओ, पता नहीं रात नूं ही जाना पै जावे। कोई सतनाम श्री। निहंग सिंघां ने बड़े अनोखे सुभाਅ है। कहंदे एक निहंग सिंह दरख्त ते चढ़न लग्या, लगभग जोड़े ला के लोग चढ़ते है, तो सने जोड़े, सने तीर कमान, सने शास्त्र तलवार वगैरह लैके चढ़ चलिया। और दूजा साथी कहन लग्या, सिंपल कोई मनुख नाल सी दोस्त, कहना यारा समान थले ला दे, नाले जोड़े भी ला दे। कहने वाह बई वाह, जे गाह ही रब का सद्दा आ गया तो फिर मुड़ के जोड़े पाउण आऊँगा मैं इत्थे। को सतनाम श्री। इस करके ख्याल है, ऐसा ख्याल बन जावे कि रात नूं सौण तो बाद पता नहीं तड़के उठिए कि ना उठिए, चलो आपां उठ खड़े ते उठ के शुक्रिया करिए भी वाह महाराज एक नवां दिन होर विखा दिता मैनू। हम आदमी हाँ एक दमी, मोहत मोहत न जाना, नानक बिनवै तिसै सरेवो जाकै जी पुराना। ये नानक बेनती करदा है, आओ उस नूं सिमरिए जिस दे साडे अंदर प्राणा दे विच जीवन है, जिसदा दिता होया जीवन आपां भोग रहे हाँ। जय हर कीरत आखी है, करते का होए विचारो। जिस घर दे विच परमेश्वर दी सिफत हो सकती है, जिस घर दे विच उस परमेश्वर दी विचार हो सकती है, तित कर गावो सोहला। आओ उस घर दे विच उस परमेश्वर दे गीत गाइए। ते नहीं गाए तो फिर नौवें पातशाह कहंदे गुण गोबिंद गायो नहीं, जन्म अकारथ कीन, कहो नानक भज हर मना, जेह बिद जल को मीन। तां ते सतगुरु तेग बहादुर जी महाराज कहंदे सिखा आ उस नूं इउं गाइए जिवें मच्छी पानी नूं गाउंदी आ। हुण ਉਹਦੀ ਸਾਨੂੰ आवाज़ तो नहीं सुनती, पर ਉਹਦੀ तड़फना तो पता लगता है कि वह पानी नाल कितना प्यार करती है।
एक मिनट भी पानी तो बाहर नहीं जा सकती। सतगुरु पातशाह जी कहने सिखा आ ओदे गीत गाइए, तित कर गावो सोहेला। केड़े गीत गाइए? सिमरहो सिमरहो सिरजनहार। उस परमेश्वर नू सिमरिया करिए। विछोड़े दा, दर्द दा, मिलाप दा ये खुशी शामिल हुंदी है सोहले विच। सोहला एक छंद दा नाम भी है गुरु प्यारिओ। इत्थे इस बाणी दा नाम सतगुरां ने सोहला इस करके रखिया है कि इहदे विच गुरु प्यारिओ विछोड़े दी तड़प भी है। क्योंकि पपीहा भी गाउंदा है ना, कहने धन गुरु नानक देव जी महाराज पलंगे ते बैठे है, अद्धी रात का समा हो गया, किते माता तृप्ता जी नूं जाग आई। जाग आई तो की वेखदी है, नानक हजे बैठा ही है, लम्मा नहीं पिया, सुता नहीं आराम नाल मंजे ते। कहन लगी पुत्र तू सौ जा, हुण देख सारे सौ गए, अद्धी रात तो उत्ते टाइम टप गया, उदों तारे वेख के ही टाइम का पता लगता सी, अजकल तो घड़ियां। उपर हथ करके माता कहन लगी देख पुत्र अद्धी रात तो अगे टप गई है, खिती ध्रुव तारा अगे टप गया है, ते सारी दुनिया सौ गई है, ते तू हजे बैठा है। धन गुरु नानक देव जी कहने माता मैं की करा, मैं सौ नहीं सकता। कहने क्यों? क्योंकि मैनू आए लगता है जे मैं सौ गया तो मेरी मौत हो जाएगी, आखां जीवां विसरै मर जाऊं। ते दूसरा वो जिहड़ा पपीहा बोली जाता है ना, मेरी उहदे नाल शर्त लगी हुई है। जन्म साखी विच लिखे है बाबा जी कहने मेरी उहदे नाल होड़ लगी हुई है। होड़ भी शर्त नूं कहंदे आ। ਉਹ ਪਪੀਹਾ ਕਿੱਦਣ ਦਾ ਲੱਗਿਆ, ਪੀਓ 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 ਕਰੀ ਜਾਂਦਾ, ਚੁੱਪ ਨਹੀਂ ਕਰਦਾ ਜਿੰਨਾ ਚਿਰ ਉਹਨੂੰ ਉਹਦਾ ਜੀਵਨ, ਉਹਦਾ ਪਾਣੀ ਨਹੀਂ ਮਿਲ ਜਾਂਦਾ। ਕਿਉਂਕਿ ਪਪੀਹੇ ਦਾ ਜਿਹੜਾ ਸਿਰ ਹੈ ਨਾ, ਉਹਦੇ ਵਿੱਚ ਉਤਲੇ ਪਾਸੇ ਇੱਕ ਮੋਰੀ ਹੁੰਦੀ ਹੈ, ਛੇਕ ਹੁੰਦਾ। ਜਦੋਂ ਮੀਂਹ ਪੈਂਦਾ ਉੱਤੋਂ ਡਿੱਗਣ ਵਾਲੀ ਕਣੀ ਹੀ ਉਹਦੇ ਉਹ ਛੇਕ ਵਿੱਚ ਡਿੱਗਦੀ ਹੈ। ਜਿਵੇਂ ਸਾਡੇ ਤਾਲੂ ਹੈ, ਸਾਡਾ ਤਾਲੂਆ ਤਾਂ ਬੰਦ ਹੈ, ਉਹਦੇ ਉੱਪਰ ਮੋਰੀ ਹੁੰਦੀ ਹੈ, ਉਹਦੇ ਅੰਦਰ ਪਾਣੀ ਉੱਥੋਂ ਜਾਂਦਾ। ਚੁੰਝ ਨਾਲ ਉਹ ਪਾਣੀ ਨਹੀਂ ਪੀ ਸਕਦਾ, ਖਾ ਸਕਦਾ ਹੈ, ਪਰ ਜਦ ਉਸ ਨੂੰ ਪਿਆਸ ਲੱਗਦੀ ਹੈ ਫਿਰ ਉਹ ਪੀਓ ਪੀਓ ਕਰਦਾ ਹੈ, ਤੇ ਜਿੰਨਾ ਚਿਰ ਮੀਂਹ ਨਾ ਪੈ ਜਾਵੇ ਉਹਦੀ ਪਿਆਸ ਨਹੀਂ ਬੁਝਦੀ। ਗੁਰੂ ਪਿਆਰਿਓ, ਸਤਿਗੁਰ ਪਾਤਸ਼ਾਹ ਜੀ ਨੇ ਸਿੱਖ ਨੂੰ ਵੀ ਪਪੀਹੇ ਦਾ ਰੂਪ ਦਿੱਤਾ ਇੱਕ ਥਾਂ ਤੇ, ਔਰ ਉੱਥੇ ਪਪੀਹਾ ਲਿਖ ਕੇ ਅਖੀਰ ਤੇ ਲਿਖਿਆ ਮੈਂ ਸਿੱਖਾ ਤੈਨੂੰ ਕਹਿਣਾ, ਇਹ ਪਪੀਹਾ ਪਸ਼ੂ ਹੈ, ਇਸਨੂੰ ਬੂਝਣ ਨਾਹੀਂ। ਮੈਂ ਬੰਬੀਹਾ ਜਾਂ ਪਪੀਹਾ ਉਸ ਨੂੰ ਨਹੀਂ, ਇਹ ਤੈਨੂੰ ਕਹਿ ਰਿਹਾ। ਮਤ ਬਿਲਲਾਏ ਮਤ ਰਸਾਏ ਤੂੰ ਕਿਉਂ ਤੜਫਦਾ ਹੈ, ਕਿਉਂ ਰੋਣਾ ਹੈ? ਤੇਰੇ ਤਾਂ ਕੋਲੇ ਨਬਾਣੀ ਰੂਪੀ ਤੇਰਾ ਜਲ ਹੈਗਾ, ਤੂੰ ਕਿਉਂ ਨਹੀਂ ਇਸ ਨੂੰ ਪੜ੍ਹਦਾ? ਉਹਨੂੰ ਤਾਂ ਪਾਣੀ ਮੀਂਹ ਪਏ ਤੋਂ ਮਿਲਣਾ। ਗੁਰੂ ਨਾਨਕ ਦੇਵ ਜੀ ਕਹਿੰਦੇ ਮਾਤਾ ਜੀ ਮੇਰੀ ਪਪੀਹੇ ਨਾਲ ਸ਼ਰਤ ਲੱਗੀ ਹੋਈ ਆ, ਦੇਖਦੇ ਆ ਭਲਾ ਪਹਿਲਾਂ ਕਿਹਦਾ ਮਾਲਕ ਪ੍ਰਾਪਤ ਹੁੰਦਾ ਹੈ। ਪਪੀਹਾ ਚੁੱਪ ਕਰਦਾ ਕਿ ਮੈਂ ਚੁੱਪ ਕਰਦਾ, ਇਸ ਕਰਕੇ ਉੱਥੇ ਫਿਰ ਸ਼ਬਦ ਉਚਾਰਿਆ। ਉਸ ਸ਼ਬਦ ਹੀ ਉਹ ਥਾਨਕਾ ਹੈ ਜਿਹੜੇ ਆਪ ਜੀ ਨੂੰ ਇਹ ਸਾਖੀ ਸੁਣਾਈ। ਮਾਤਾ ਤ੍ਰਿਪਤਾ ਜੀ ਨੇ ਕਿਹਾ ਤੇ ਨਾਨਕ ਜੀ ਨੇ ਸ਼ਬਦ ਉਚਾਰਿਆ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚੱਲੀ ਹੈ ਦੁੱਖ। ਜੇ ਭੁੱਖ ਲੱਗਿਆ ਪ੍ਰਸ਼ਾਦਾ ਛਕੀਏ ਤੇ ਉਹਦਾ ਖੂਨ ਬਣਦਾ ਹੈ। ਜੇ ਨਾਮ ਜਪਣ ਦੀ ਭੁੱਖ ਲੱਗੇ, ਨਾਮ ਜਪੀਏ ਤਾਂ ਉਹਦੀ ਵੀ ਸਾਡੇ ਅੰਦਰ ਇੱਕ ਅਧਿਆਤਮਕ ਤਾਕਤ ਬਣਦੀ ਆ। ਕਹੋ ਸਤਨਾਮ ਸ੍ਰੀ, ਤਾਕਤ ਮਿਲਦੀ ਆ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਆਓ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵੋ ਸੋਹਿਲਾ, ਸਿਵਰੇ ਹੋ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਗਾਉਂਦੇ ਤਾਂ ਬਹੁਤ ਹੈ, ਆ ਲੱਚਰ ਗਾਣੇ ਕਿੰਨੇ ਗਾ ਰਹੇ ਹੈ, ਕੋਈ ਅੰਤ ਨਹੀਂ ਹੈ ਇਹਨਾਂ ਗਾਉਣ ਵਾਲਿਆਂ ਦਾ ਵੀ। ਤਰ੍ਹਾਂ ਤਰ੍ਹਾਂ ਦੇ ਪੁੱਠੇ ਸਿੱਧੇ ਸ਼ਬਦ ਜੋੜ ਕੇ ਉਹਨਾਂ ਨੂੰ ਗਾ ਰਹੇ ਹੈ। ਪਰ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਆਓ ਆਪਾਂ ਪਰਮੇਸ਼ਰ ਦੇ ਗੀਤ ਗਾਉਣੇ ਆ। ਕਹੋ ਸਤਨਾਮ ਸ੍ਰੀ, ਉਹਦੀ ਸਿਫਤ ਕਰੀਏ। ਬਹੁਤ ਸਾਰੇ ਸੂਫੀ ਫਕੀਰਾਂ ਨੇ ਵੀ ਗਾਇਆ,
ਬਾਬੇ ਨਾਨਕ ਨੇ ਵੀ ਥਾਂ ਥਾਂ ਤੇ ਜਾ ਕੇ ਗਾਇਆ, ਮਰਦਾਨੇ ਨੇ ਰਬਾਬ ਵਜਾਈ ਆ, ਪਰ ਗਾਉਣ 'ਚ ਫਰਕ ਹੈ। ਆ ਸਾਜ਼ ਜਿਹੜੇ ਹੈ ਮੁਸਲਮਾਨ ਵੀਰਾਂ ਨੇ ਬੰਦ ਕਰ ਦਿੱਤੇ, ਕਹਿੰਦੇ ਸਾਜ਼ ਨਹੀਂ ਵਜਾਊਗਾ ਕੋਈ ਵੀ, ਜਿਹੜਾ ਸਾਜ਼ ਵਜਾਊਗਾ ਉਸ ਨੂੰ ਸਜ਼ਾ ਦਿੱਤੀ ਜਾਂਦੀ ਸੀ। ਤੇ ਧੰਨ ਗੁਰੂ ਨਾਨਕ ਦੇਵ ਜੀ ਲੈ ਕੇ ਮਰਦਾਨੇ ਨੂੰ, ਉਹਨਾਂ ਦਾ ਇੱਕ ਏਰੀਆ ਬਗਦਾਦ, ਉੱਥੇ ਪਹੁੰਚ ਗਏ। ਤੇ ਗੁਰੂ ਪਿਆਰਿਓ ਬਾਹਰ ਫਿਰਨੀ ਤੇ ਇੱਕ ਨਦੀ ਤੇ ਬੈਠ ਗਏ, ਤੇ ਬੈਠ ਕੇ ਮਰਦਾਨੇ ਨੂੰ ਕਹਿੰਦੇ ਰਬਾਬ ਵਜਾ। ਮਰਦਾਨੇ ਨੇ ਰਬਾਬ ਵਜਾਈ, ਸਤਿਗੁਰ ਨੇ ਸ਼ਬਦ ਗਾਇਆ। ਉੱਥੇ ਬਗਦਾਦ ਦੇ ਪੀਰ ਦਾ ਚੇਲਾ ਆ ਗਿਆ ਇੱਕ ਇਸ਼ਨਾਨ ਕਰਨ ਵਾਸਤੇ। ਧੰਨ ਗੁਰੂ ਨਾਨਕ ਦੇਵ ਜੀ ਵੀ ਇਸ਼ਨਾਨ ਕਰ ਰਹੇ ਸੀ ਔਰ ਉਹਨੇ ਵੀ ਇਸ਼ਨਾਨ ਕੀਤਾ। ਤੇ ਧੰਨ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਦੇ ਹੋਏ ਗਾ ਰਹੇ ਸੀ, ਪਾਤਾਲਾਂ ਪਾਤਾਲ ਆਖੀ ਆਗਾਸਾਂ ਆਗਾਸੀ ਓੜ ਕੀ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਬਾਤ ਸਹਿਸ 18 ਕਹਿਣ ਕਤੇਬਾਂ ਅਸਲੂ ਇੱਕ ਧਾਤ। ਇਹ ਗੱਲ ਉਸ ਪੀਰ ਦੇ ਚੇਲੇ ਨੇ ਸੁਣੀ। ਹੁਣ ਉਹਨੂੰ ਥੋੜ੍ਹੀ ਜਿਹੀ ਸਮਝ ਆਈ ਵੀ ਸਾਡੇ ਕੁਰਾਨ ਦੇ ਵਿੱਚ ਜਾਂ ਸਾਡੇ ਧਰਮ ਦੇ ਵਿੱਚ 7 ਪਤਾਲ ਤੇ 7 ਆਕਾਸ਼ ਮੰਨੇ ਜਾਂਦੇ ਹੈ। ਇਹ ਹਿੰਦੂ ਫਕੀਰ ਹੈ, ਪਤਾ ਨਹੀਂ ਕਿੱਥੋਂ ਆਇਆ ਹੈ, ਔਰ ਇਹ ਕਹਿੰਦਾ ਪਾਤਾਲਾਂ ਪਾਤਾਲ ਬੜੇ ਅੰਤ ਬੇਅੰਤ ਪਤਾਲ ਹਨ, ਬੇਅੰਤੀ ਆਕਾਸ਼ ਹੈ। ਲੱਭਣ ਵਾਲੇ ਥੱਕ ਗਏ ਪਰ ਇਹ ਸਾਰੇ ਲੱਭੇ ਨਹੀਂ ਗਏ। ਇੰਨੀ ਗੱਲ ਸੁਣ ਕੇ ਉਹਨੇ ਜਾ ਕੇ ਆਪਦੇ ਪੀਰ ਨੂੰ ਦੱਸਤਾ, ਤੇ ਨਾਲੇ ਉਹਨੇ ਰਬਾਬ ਦੇ ਨਾਲ ਗਾਉਂਦਿਆਂ ਨੂੰ ਦੇਖਿਆ। ਜਾ ਕੇ ਕਹਿੰਦਾ ਪੀਰ ਜੀ ਇੱਕ ਕਾਫਰ ਫਕੀਰ ਆਇਆ ਸਾਡੇ ਇਲਾਕੇ 'ਚ, ਔਰ ਉਹ ਸਾਡੇ ਇਲਾਕੇ 'ਚ ਆ ਕੇ ਕੁਫਰ ਬੋਲ ਰਿਹਾ, ਝੂਠ ਬੋਲ ਰਿਹਾ। ਕਹਿੰਦੇ ਕਿਵੇਂ? ਕਹਿੰਦੀ ਉਹ ਕਹਿ ਰਿਹਾ ਪਾਤਾਲਾਂ ਪਤਾਲ ਲਾਖੇ ਆਗਾਸਾ ਆਗਾਸ, ਆਪਣੇ 7 ਪਤਾਲ 7 ਆਕਾਸ਼। ਪੀਰ ਕਹਿੰਦਾ ਐਡਾ ਝੂਠ, ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਕਿ ਮੇਰਾ ਬਣਾਇਆ ਹੋਇਆ ਰਿਕਾਰਡ ਕੋਈ ਤੋੜ ਦੇਵੇ। ਕੋਈ ਸਤਨਾਮ ਸੀ, ਉਹਨਾਂ ਦੇ ਵੱਡਿਆਂ ਨੇ, ਪੀਰ ਮੁਹੰਮਦ ਸਾਹਿਬ ਨੇ ਇਹ ਕੁਰਾਨ ਉਚਾਰਿਆ ਹੋਣਾ, ਉਹਨੇ ਲਿਖਾਇਆ ਹੋਣਾ, ਉਹਨੇ 7 ਪਤਾਲ ਤੇ 7 ਆਕਾਸ਼ ਲਿਖਵਾਏ ਆ। ਪਰ ਅੱਜ ਬਾਬਾ ਨਾਨਕ ਆ ਕੇ ਜੇ ਕਹਿੰਦਾ ਹੈ ਬੇਅੰਤ ਪਤਾਲ ਹੈ, ਬੇਅੰਤ ਆਕਾਸ਼ ਹੈ, ਫਿਰ ਤਾਂ ਉਹਨਾਂ ਦਾ ਰਿਕਾਰਡ ਖਤਮ ਹੋ ਗਿਆ, ਲਿਖਿਆ ਹੋਇਆ ਟੁੱਟ ਗਿਆ। ਇਸ ਕਰਕੇ ਬਗਦਾਦ ਦਾ ਪੀਰ ਆਪਣੇ ਲੈ ਕੇ ਚੇਲਿਆਂ ਨੂੰ ਨਾਲ, ਉਹਨਾਂ ਦੇ ਹੱਥ ਵਿੱਚ ਫੜਾ ਕੇ ਪੱਥਰ, ਕਹਿੰਦੇ ਚਲੋ ਐਸੇ ਕਾਫਰ ਨੂੰ ਸੰਗੇ ਸਾਰ ਕਰੀਏ, ਭਾਵ ਡਲੇ ਮਾਰ ਮਾਰ ਕੇ ਮਾਰੋ ਇਹਨੂੰ। ਕੋਈ ਸਤਨਾਮ ਸੀ, ਸੰਗ ਮਰਮਰ ਪੱਥਰ ਹੁੰਦਾ ਹੈ, ਸੰਗੇ ਸਾਰ ਭਾਵ ਪੱਥਰ ਮਾਰ ਕੇ, ਸ਼ਸਤਰ ਮਾਰ ਕੇ ਚਲੋ ਮਾਰੀਏ। ਝੂਠ ਬੋਲਦਾ, ਸਾਡੇ ਇਲਾਕੇ 'ਚ ਆ ਕੇ ਕੁਫਰ ਤੋਲਦਾ। ਆਏ ਤੇ ਜਦ ਸਾਰੇ ਚੇਲਿਆਂ ਨੂੰ ਨਾਲ ਲੈ ਕੇ, ਸਾਰਿਆਂ ਦੇ ਹੱਥ ਵਿੱਚ ਇੱਕ ਇੱਕ ਡਲਾ ਫੜਿਆ ਹੋਇਆ ਹੈ, ਜਦੋਂ ਬਾਬੇ ਨਾਨਕ ਦੇ ਨੇੜੇ ਆ ਕੇ ਇਹਦਾ ਡਲੇ ਮਾਰਨ ਲੱਗੇ ਨਾ ਇੱਕਦਮ, ਤੇ ਬਾਬਾ ਜੀ ਨੇ ਇੱਕ ਸ਼ਬਦ ਉਚਾਰਿਆ, ਕਿਹੜਾ? ਇੱਕ ਓਂਕਾਰ। ਜਦੋਂ ਇੱਕ ਓਂਕਾਰ ਉਚਾਰਿਆ ਨਾ, ਤੇ ਜਿੰਨੇ ਉਹ ਚੇਲਿਆਂ ਨੇ ਬਾਹਾਂ ਤਾਹਾਂ ਚੱਕੀਆਂ ਸੀ ਮਾਰਨ ਵਾਸਤੇ, ਉੱਥੇ ਹੀ ਆਕੜ ਗਈਆਂ ਜਿੱਥੇ ਖੜੀਆਂ ਸੀ ਉਸ ਵੇਲੇ। ਨਾ ਡਲਾ ਚੱਲਿਆ ਤੇ ਨਾ ਮੁੜ ਕੇ ਉਹਨਾਂ ਦਾ ਸਰੀਰ ਹੱਲਿਆ। ਕਹਿੰਦੇ ਬਗਦਾਦ ਦਾ ਪੀਰ ਹੈਰਾਨ ਹੋ ਗਿਆ। ਭਾਈ ਗੁਰਦਾਸ ਜੀ ਲਿਖਦੇ ਆ, ਵੇਖ ਪੀਰ ਭਇਆ ਹੈਰਾਨਾ, ਹੈਰਾਨ ਹੋ ਗਿਆ ਵੀ ਆਹ ਕੀ, ਸਾਡੇ ਬੰਦਿਆਂ ਨੂੰ ਪੱਥਰੀ ਬਣਾ ਦਿੱਤਾ ਇਸ ਨੇ। ਤਾਂ ਗੁਰੂ ਪਿਆਰਿਓ ਫਿਰ ਨੇੜੇ ਆ ਗਿਆ। ਪਾਤਸ਼ਾਹ ਕਹਿੰਦੇ ਕਿਵੇਂ ਆ ਤੂੰ, ਸਾਡੇ 'ਤੇ ਕਿਵੇਂ ਹਮਲਾ ਕਰਦਾ? ਕਹਿ ਤੁਸੀਂ ਸਾਡੇ ਇਲਾਕੇ 'ਚ ਆ ਕੇ ਝੂਠ ਬੋਲਿਆ, ਨਾਲੇ ਆਹ ਸਾਜ਼ ਕਿਉਂ ਵਜਾਇਆ, ਸਰੋਧ ਕਿਉਂ ਕੀਤਾ? ਬਾਬਾ ਜੀ ਕਹਿੰਦੇ ਸਾਜ਼ ਦੀ ਕੀ ਗਲਤੀ ਆ? ਕਹਿੰਦਾ ਸਾਜ਼ ਜਿਹੜਾ ਹੈ ਬੰਦੇ ਨੂੰ ਨਰਕਾਂ ਵੱਲ ਲੈ ਜਾਂਦਾ। ਮੈਂ ਇੱਥੇ ਗੱਲ ਕੀਤੀ ਨਾ, ਤਿਤਕਰ ਗਾਵੋ ਸੋਹਿਲਾ ਸਿਵਰੋ ਸਿਰਜਨਹਾਰੋ, ਫਿਰ ਕਲੀਅਰ ਕੀਤਾ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਗਾਉਣਾ ਤਾਂ ਹੈ, ਆ ਲੱਚਰ ਗੀਤ ਨਹੀਂ ਗਾਉਣੇ, ਗੁਰੂ ਦੇ ਗੀਤ ਗਾਉਣੇ ਆ, ਬਾਣੀ ਗਾਉਣੀ ਆ। ਕਹੋ ਸਤਨਾਮ ਸ੍ਰੀ।
वो कहन लगे आ साज बंदे नूं नरकां वल लै जांदा। कहने किवें? कहने साज नूं सुणदा होया मन विषय विकारां नूं प्राप्त हुंदा है। पातशाह कहने विषय विकारां नूं प्राप्त साज करके नहीं हुंदा, माड़े शब्दां करके हुंदा है। जे असीं इत्थे साइड ते बैठ के माड़ियां गल्लां करांगे, दो नौजवान बैठ करके माड़ियां विषय विकारां दीयां गल्लां करन जां माड़े गीत गाउण, जिवें अजकल लोकां नूं होड़ लगी हुई है, तरह तरह के गंदे गीत बना के नौजवानां दीयां जिंदगियां बिगाड़ियां जा रहीआं। पातशाह कहने साज दी कोई गलती नहीं, बाटे दी, भांडे दी, बाटी दी, कौली दी की गलती आ? ਉਹਦੇ ਵਿੱਚ ਜ਼ਹਿਰ ਪਾ ਕੇ ਪੀਓਗੇ ਤਾਂ ਜ਼ਹਿਰ ਪੀਣ ਵਾਲੇ ਦੀ ਗਲਤੀ ਹੈ, ਅੰਮ੍ਰਿਤ ਪਾ ਕੇ ਪੀਓਗੇ ਉਹ 'ਚ ਅੰਮ੍ਰਿਤ ਵੀ ਪਾ ਸਕਦੇ ਹੋ। ਇਹੀ ਸਾਜ਼ ਸਾਡੇ ਕੋਲੇ ਹੈ, ਇਹਨਾਂ ਦੇ ਨਾਲ ਆਸਾ ਦੀ ਵਾਰ ਗਾਈ ਜਾਂਦੀ ਹੈ। ਇਹੀ ਸਾਜ਼ ਉਹਨਾਂ ਕੋਲੇ ਕਲਾਕਾਰਾਂ ਕੋਲੇ ਆ, ਉਹ ਇਹਨਾਂ ਵਿੱਚੋਂ ਲੱਚਰ ਗਾਣੇ ਗਾਉਂਦੇ ਹੈ। ਸਾਜ਼ ਦੀ ਕੀ ਗਲਤੀ ਆ? ਕਹਿੰਦਾ ਫਿਰ ਤੁਸੀਂ ਸਾਡੇ ਇਲਾਕੇ 'ਚ ਆ ਕੇ ਇਹ ਕਿਉਂ ਚਾਰਿਆ ਹੈ, ਪਾਤਾਲਾਂ ਪਤਾਲ ਲਾਖੇ ਅਗਾਸਾਂ ਅਗਾਸ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਕਿਉਂ, ਤੈਨੂੰ ਇਹਦੇ ਨਾਲ ਕੀ ਤਲਕ? ਕਹਿੰਦਾ ਸਾਡੇ ਪੀਰਾਂ ਨੇ, ਸਾਡੇ ਮੁਹੰਮਦ ਸਾਹਿਬ ਨੇ 7 ਪਤਾਲ ਤੇ 7 ਆਕਾਸ਼ ਕਹੇ ਨੇ, ਤੁਸੀਂ ਇਹਨੇ ਕਿਵੇਂ ਕਹਿ ਸਕਦੇ ਹੋ? ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਉਹਨੇ ਉਨੇ ਹੀ ਦੇਖੇ ਹੋਣਗੇ, ਮੈਂ ਇੰਨੇ ਦੇਖੇ ਆ। ਇਹ 'ਚ ਕੋਈ ਸ਼ੱਕ ਨਹੀਂ ਗਾ, ਗਿਆਨ ਪਰੇ ਤੋਂ ਪਰੇ ਹੈ। एक कहावत है, दुनिया धींग तो धींग पई है। कोई बंदा आखे मैं बहुत तकड़ा है, उदू तकड़े होर हो सकते हैं। इस करके कोई अंत नहीं है, किसी भी चीज़ का अंत नहीं है। तो हुण की होया, पीर कहन लगे तुसीं ये क्यों कहा कि इतने पताल ते आकाश है, लभण वाले थक जाणगे पर पूरे लभे नहीं जाने। ओढ़ के भाल थके। वेद कहने के बाद बाबा जी कहते इदां ही आ, असी इन्ने देखे आ। वो कहना मैं नहीं मनदा, जां मैनू दिखाओ। तो पातशाह कहने तू तो मनना नहीं गा, आ तेरा चेला भेज मेरे नाल इहनूं विखा के लियावां। लीतो सो बेटा पीर दा, उस दा चेले नूं, ओहदे बच्चे नूं, बच्चा चेला, चेला बच्चा इक्को ही गल आ। ਉਹਦੇ ਚੇਲੇ ਦੀ ਬਾਂਹ ਫੜੀ ਸਤਿਗੁਰਾਂ ਨੇ, ਧਿਆਨ ਜੋੜਿਆ, ਉਹਦਾ ਵੀ ਧਿਆਨ ਜੋੜਿਆ ਤੇ ਅੱਖ ਝਮਕਣ ਦੇ ਸਮੇਂ ਵਿੱਚ ਹੀ ਦੋਨੇ ਜਣੇ ਚਲੇ ਗਏ ਆਕਾਸ਼ਾਂ ਨੂੰ। ਰੂਹਾਂ ਕਰਕੇ ਸੁਰਤ ਜੋੜ ਕੇ ਪਾਤਸ਼ਾਹ ਲੈ ਗਏ ਉਹ ਚੇਲੇ ਦੀ ਵੀ ਸੁਰਤ ਨੂੰ, ਉਹਨੂੰ ਆਕਾਸ਼ ਦਿਖਾਏ ਪਹਿਲਾਂ। ਅਖੀਰ ਤੇ ਬੱਚਾ ਵਿਚਾਰਾ ਥੱਕ ਗਿਆ, ਕਹਿੰਦਾ ਜੀ ਇਹ ਤਾਂ ਮੁੱਕਦੇ ਹੀ ਨਹੀਂ ਗਏ। ਕਹਿੰਦਾ ਮੈਂ ਤਾਂ ਇਹੀ ਗੱਲ ਕਹੀ ਸੀ ਮੁੱਕਦੇ ਨਹੀਂ। कहते चलो हुण पताल दिखाओ। फिर पताल दिखाए, धुर पतालों लई कड़ाही भर कच कौल प्रसाद दा। फिर थले पतालों वाल आए, कहते एक पताल भी सत्संग कर रही सी, उथों प्रसाद भी लिया के दिता। ते पीर दे चेले ने दस्या कि वाकया महाराज कोई अंत नहीं है। इस करके सतगुरु पातशाह जी कह रहे सी कि साज की गलती नहीं, बंदा ਉਹਦੇ ਨਾਲ ਗਾਉਂਦਾ ਕੀ ਹੈ, ਇਹ ਉਹਦੀ ਸੋਚ ਦੀ ਗਲਤੀ ਹੈ, ਉਹਦੀ ਬੁੱਧੀ ਦੀ ਗਲਤੀ ਹੈ। ਇਸ ਕਰਕੇ ਤਿਤ ਸੋਹਿਲਾ ਤਿਤ ਕਰ ਗਾਵੋ ਸੋਹਿਲਾ, ਸਿਵਰੋ ਸਿਰਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਗੀਤ ਗਾਉਣੇ ਆ ਪਰਮੇਸ਼ਰ ਦੇ। ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ, ਔਰ ਉਹ ਗਾਓ ਜਿਹਦੇ ਨਾਲ ਆਤਮਾ ਨੂੰ ਸ਼ਾਂਤੀ ਮਿਲੇ। ਜਦ ਲੱਚਰ ਗਾਣੇ ਗਾਉਣਗੇ ਕੋਈ और सुनगे, उन्होंने अंदर काम वासना विषय विकार पैदा होणगे ते वो शांति नहीं अशांति पैदा करनगे अंदर। को सतनाम सी मनुख दे अंदर। गुरबाणी जिहड़ी है मनुख दे अंदर सुख पैदा करेगी, शांति पैदा करेगी। रहाओ सिखा नित नित जीअणे संभालीअण, तेरा काम है उन्होंने याद करना। मेहरबान सह मेरा मेहरबान जी सगल को दे दान। तू काहे डोले प्राणियां तुद राखेगा सिरजनहार। जिन पैदाइश तू किया सोई दे आधार। कर बंदे तू बंदगी जिचर घट मैं साहो। तेरा काम है उहदी बंदगी करनी, दूजा काम वो आपे करेगा। नित नित जीअड़े संभालीअण, तेरा काम है हिरदे विच उहनूं याद रखना।
ਦੇਖੇਗਾ ਦੇਵਨਹਾਰ, ਬਾਕੀ ਤੇਰੇ ਕੰਮਾਂ ਨੂੰ ਉਹ ਦੇਖੇਗਾ। ਨਾਮਦੇਵ ਨੇ ਉਹਨੂੰ ਯਾਦ ਰੱਖਿਆ ਤੇ ਉਹਦੇ ਕੰਮ ਪਰਮੇਸ਼ਰ ਨੇ ਕੀਤੇ। ਧੰਨੇ ਭਗਤ ਨੇ ਭਗਤੀ ਕੀਤੀ, ਡੁੱਬ ਗਿਆ ਉਹਦੇ ਵਿੱਚ, ਤਾਂ ਉਹਦੇ ਕਾਰਜ ਪਰਮੇਸ਼ਰ ਨੇ ਕੀਤੇ। ਕਬੀਰ ਭਗਤ ਜੀ ਦੀ ਗੱਲ ਕਰੀਏ, ਉਹਨਾਂ ਦੀ ਭਗਤੀ ਵਿੱਚ ਡੁੱਬ ਗਏ ਹਨ, ਸੁੱਧ ਬੁੱਧ ਨਹੀਂ ਸੰਸਾਰ ਦੀ, ਪਰ ਸੰਸਾਰ ਦੇ ਕੰਮ ਸਾਰੇ ਪਰਮੇਸ਼ਰ ਉਹਨਾਂ ਦੇ ਕਰਦਾ। ਇਸੇ ਤਰ੍ਹਾਂ ਹੀ ਕਹਿੰਦੇ ਸਿੱਖਾ ਤੂੰ ਉਹਦਾ ਨਾਮ ਜਪਿਆ ਕਰ, ਤੇਰੇ ਕਾਰਜ ਉਹ ਕਰੇਗਾ। ਨਿਤ ਨਿਤ ਜੀਅੜੇ ਸੰਭਾਲੀਣ, ਦੇਖੇਗਾ ਦੇਵਨਹਾਰ। ਕਿੱਡਾ ਵੱਡਾ ਦਾਤਾ ਹੈ ਉਹ, ਉਹਨੂੰ ਕਿਉਂ ਨਹੀਂ ਗਾਉਂਦਾ? ਤੇਰਾ ਦਾਨ ਹੈ ਕੀਮਤ ਨਾ ਪਵੇ, ਉਹਦੀਆਂ ਦਿੱਤੀਆਂ ਦਾਤਾਂ ਦਾ ਅੰਤ ਨਹੀਂ ਪਾ ਸਕਦੇ ਆਪਾਂ। ਦਾਨ ਹੁੰਦਾ ਦਾਤ। ਆਪਾਂ ਰੱਬ ਨੂੰ ਕੀ ਦਾਨ ਦੇਵਾਂਗੇ? ਆਪਾਂ ਗੁਰੂ ਘਰ ਆ ਕੇ ਕੀ ਦਾਨ ਕਰਾਂਗੇ? ਆਪਾਂ ਤਾਂ ਕੁਝ ਭੇਟਾ ਹੀ ਮੱਥਾ ਟੇਕਦੇ ਹਾਂ, ਚਾਹੇ ਤੁਸੀਂ ਲੱਖ ਹਜ਼ਾਰ ਕਰੋੜ ਕੁਛ ਵੀ ਟੇਕੋ, ਇਹ ਤੁੱਛ ਭੇਟਾ ਹੈ। ਤਿਲ ਮਾਤਰ ਉਹਦਾ ਅੰਤ ਨਹੀਂ ਪਾ ਸਕਦੇ ਆਪਾਂ। ਹਾਂ, ਦਾਨ ਉਹ ਸਾਨੂੰ ਦਿੰਦਾ ਹੈ, ਧੀਆਂ ਪੁੱਤਰਾਂ ਦਾ ਦਾਨ ਦਿੰਦਾ ਹੈ, ਮਨੁੱਖਾ ਜੀਵਨ ਦਿੱਤਾ ਹੈ, ਦੇਖਣ ਵਾਲੀ ਸੁੰਦਰ ਅੱਖ ਦਿੱਤੀ ਹੈ। ਇਸ ਅੱਖ ਦਾ ਅੰਤ ਨਹੀਂ ਕੋਈ ਪਾ ਸਕਦਾ। ਜੇ ਸਾਇੰਸ ਨੇ ਬਣਾਈ ਹੈ ਤੇ ਪੱਥਰ ਦੀ ਬਣੀ ਹੈ, ਜੇ ਬਦਲਣੀ ਪਵੇ ਤੇ ਕਿਸੇ ਦੂਜੇ ਦੀ ਕੱਢ ਕੇ ਪਾਉਂਦੇ ਹੈ, ਬਣਾ ਨਹੀਂ ਸਕੇ, ਕਿਉਂਕਿ ਉਹਨਾਂ ਨੂੰ ਇਹਦਾ ਅੰਤ ਨਹੀਂ ਆਇਆ ਵੀ ਇਹ ਕੰਮ ਕਿਵੇਂ ਕਰਦੀ ਹੈ ਵੇਖਣ ਦਾ। ਪਰਮੇਸ਼ਰ ਦੀਆਂ ਬਣਾਈਆਂ ਹੋਇਆ ਇੱਕ ਇੱਕ ਅੰਗ ਜਿਹੜਾ ਜਿਸ ਦੀ ਕੀਮਤ ਕੋਈ ਨਹੀਂ ਹੈ, ਇਹ ਉਹਦਾ ਦਿੱਤਾ ਹੋਇਆ ਕਿੱਡਾ ਵੱਡਾ ਸਰੀਰ ਸਾਨੂੰ ਦਾਨ ਦੇ ਵਿੱਚ ਹੈ। ਜਿਨ ਦੀਆ ਤੁਧ ਪਾਵਨ ਅਮੋਲਾ, ਇਹ ਹਵਾ ਜਿਹੜੀ ਹੈ ਬਹੁਮੁੱਲੀ, ਜਿਹਦਾ ਮੁੱਲ ਕੋਈ ਨਹੀਂ ਹੈ। ਤੇਰੇ ਦਾਨੇ ਕੀਮਤ ਨਾ ਪਵੇ, ਉਹਦੇ ਦਿੱਤੀਆਂ ਦਾਤਾਂ ਦਾ ਕੋਈ ਅੰਤ ਨਹੀਂ ਹੈ। ਤਿਸ ਦਾਤੈ ਕਵਨ ਸ਼ੁਮਾਰ, ਉਸ ਪਰਮੇਸ਼ਰ ਦਾ ਅੰਤ ਕੌਣ ਪਾ ਸਕਦਾ? ਸ਼ੁਮਾਰ ਹੁੰਦਾ ਹੈ ਮਰਦਮਸ਼ੁਮਾਰੀ, ਮਨੁੱਖਾਂ ਦੀ ਗਿਣਤੀ ਕਰਨੀ। ਇੱਥੇ ਸ਼ੁਮਾਰ ਦਾ ਅਰਥ ਉਹਦਾ ਅੰਤ ਹੈ। ਉਹਦਾ ਗੁਰੂ ਪਿਆਰੋ ਐਂਡ, ਉਹਦਾ ਅਖੀਰ ਜਾਣਨਾ ਕਿ ਕਿੱਥੋਂ ਕੁ ਤੱਕ ਹੈ, ਇਹ ਕੋਈ ਜਾਣ ਨਹੀਂ ਸਕਿਆ। ਅੰਤ ਕੋ ਚਾਹਣ ਜੋ ਗਏ ਸੇ ਆਏ ਅੰਤ ਗਵਾਏ। ਉਹ ਜਾਂ ਤਾਂ ਉਹਦੇ ਵਿੱਚ ਮਿਲ ਗਏ, ਉਹਦਾ ਰੂਪ ਹੋ ਗਏ, ਤੇ ਜਾਂ ਫਿਰ ਹੰਕਾਰ ਕੀਤਾ ਤੇ ਟੇਢੀਆਂ ਜੂਨਾਂ ਵਿੱਚ ਪੈ ਗਏ। ਪਰਮੇਸ਼ਰ ਦਾ ਅੰਤ ਨਹੀਂ ਕੋਈ ਪਾ ਸਕਿਆ। ਇਸ ਕਰਕੇ ਉਹਦੀਆਂ ਦਾਤਾਂ ਦੀ ਗੱਲ ਕਰੀਏ ਤੇ ਇੱਕ ਦਾਤ ਦਾ ਅੰਤ ਨਹੀਂ ਪਾ ਸਕਦਾ ਤੂੰ। ਉਹਦੀ ਦਿੱਤੀ ਇੱਕ ਦਾਤ ਦਾ ਵੀ ਤੂੰ ਪੂਰਾ ਜਿਹੜਾ ਹੈ ਵਿਸ਼ਲੇਸ਼ਣ ਨਹੀਂ ਕਰ ਸਕਦਾ, ਜਾਣਕਾਰੀ ਨਹੀਂ ਲੈ ਸਕਦਾ, ਦੱਸ ਨਹੀਂ ਸਕਦਾ ਕਿਸੇ ਨੂੰ ਪੂਰਾ। ਉਹਦੇ ਬਾਰੇ ਮੈਂ ਪੂਰਾ ਨਹੀਂ ਦੱਸ ਸਕਦਾ, ਉਹ ਕਿੱਡਾ ਵੱਡਾ ਹੈ। ਤਿਸ ਦਾਤਾ ਕਵਨ ਸੁਮਾਰ, ਸਿੱਖਾ ਯਾਦ ਰੱਖੀ। ਸੰਬਤ ਸਾਹਾ ਲਿਖਿਆ, ਤੇਰਾ ਮੌਤ ਦਾ ਸਮਾਂ ਵੀ ਲਿਖਿਆ ਹੋਇਆ ਹੈ। ਹੁਣ ਇੱਥੇ ਸੋਹਲਾ ਗੀਤ ਦੋ ਤਰ੍ਹਾਂ ਦੇ ਹੈ। ਗੀਤ ਵਿਆਹ ਦੇ ਵਿੱਚ ਮੁੰਡੇ ਵਾਲਿਆਂ ਦੇ ਘਰੇ ਵੀ ਗਾਏ ਜਾ ਰਹੇ ਆ, ਉੱਥੇ ਵੀ ਖੁਸ਼ੀ ਹੈ। ਲੜਕੀ ਵਾਲਿਆਂ ਦੇ ਘਰੇ ਵੀ ਗਾਏ ਜਾ ਰਹੇ ਹੈ, ਪਰ ਲੜਕੀ ਵਾਲਿਆਂ ਦੇ ਘਰੇ ਵਿੱਚ ਵਿੱਚ ਵਿਛੋੜੇ ਦਾ ਗੀਤ ਵੀ ਹੈ ਕਿ ਇਹ ਬੱਚੀ ਕੱਲ ਨੂੰ ਸਾਨੂੰ ਛੱਡ ਕੇ ਸਹੁਰੇ ਘਰ ਚਲੀ ਜਾਵੇਗੀ। ਪਰ ਉਸ ਬੱਚੀ ਦੇ ਅੰਦਰ ਕੁਝ ਮਿਲਾਪ ਦੀ ਵੀ ਗੁਰੂ ਪਿਆਰਿਓ ਖੁਸ਼ੀ ਹੈ ਕਿ ਇੱਥੇ ਮੈਂ ਪੇਕਿਆਂ ਦੇ ਘਰੇ ਹਾਂ, ਇਹ ਮੇਰਾ ਘਰ ਨਹੀਂ, ਮੇਰਾ ਅਸਲੀ ਘਰ ਮੇਰੇ ਪਤੀ ਦਾ ਘਰ ਹੈ, ਮੈਂ ਆਪਣੇ ਘਰ ਜਾਵਾਂਗੀ। ਇਸ ਕਰਕੇ ਗੁਰੂ ਪਿਆਰਿਓ, ਜਿਸ ਤਰ੍ਹਾਂ ਉਸ ਬੱਚੀ ਦੇ ਵਿਆਹ ਦੀ ਗੱਲ ਹੈ, ਇਸੇ ਤਰ੍ਹਾਂ ਕੱਲ੍ਹ ਨੂੰ ਅਸੀਂ ਵੀ ਇਹ ਸੰਸਾਰ ਛੱਡ ਕੇ ਉਸ ਦੇਸ਼ ਜਾਣਾ ਹੈ। ਸਾਡੀ ਵੀ ਚਿੱਠੀ ਲਿਖੀ ਹੋਈ ਹੈ, ਜਿੱਤ ਦੇ ਹਾਰੇ ਧਨ ਵੜੀ ਸਾਹੇ ਲਏ ਲਿਖਾਏ, ਮਲਕ ਜ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ, ਜਿੰਦ ਨਿਮਾਣੀ ਕੱਢ ਗਿਆ ਹੱਡਾਂ ਕੂ ਕੜਕਾਏ। ਸੰਬਤ ਸਾਹਾ ਲਿਖਿਆ, ਸੰਮਤ ਸੰਬਲਨ ਸੰਮਤ ਭਾਵ ਸਾਲ ਵੀ ਲਿਖਿਆ ਹੋਇਆ ਹੈ, ਮਿੰਟ ਵੀ ਲਿਖੇ ਹੋਏ ਹੈ, ਡੇਟ ਵੀ ਲਿਖੀ ਹੋਈ ਹੈ, ਦਿਨ ਵੀ ਲਿਖਿਆ ਹੋਇਆ ਹੈ। ਜਿੱਦੇ ਭੇਜੇ ਉਹਦੇ ਵਿੱਚ ਹੀ ਲਿਖ ਕੇ ਰੱਖਤਾ ਕਿ ਫਲਾਣੇ ਦਿਨ ਵਾਪਸ ਆ ਜੀ। ਆਓ ਮਿਲ ਕਰ ਪਾਵੋ ਤੇਲ। ਹੁਣ ਜਦ ਲੜਕੀ ਨੂੰ ਵਿਆਹੁਣਾ ਹੁੰਦਾ ਹੈ, ਉਹਦੀ ਨਾਈ ਧੋਈ ਹੁੰਦੀ ਆ, ਤੇ 7 ਸੁਹਾਗਣਾ ਮਿਲ ਕਰਕੇ ਉਸ ਦਾ ਇਸ਼ਨਾਨ ਕਰਾਉਂਦੀਆਂ ਤੇ ਉਹਦੇ ਸਿਰ ਵਿੱਚ ਉਹ ਸਾਰੀਆਂ ਥੋੜ੍ਹਾ ਥੋੜ੍ਹਾ ਸਰੋਂ ਦਾ ਤੇਲ ਪਾ ਕੇ ਝੱਸਦੀਆਂ ਤੇ ਉਸ ਨੂੰ ਇਸ਼ਨਾਨ ਕਰਾ ਕੇ ਉਹਨੂੰ
ਚੰਗੀ ਤਰ੍ਹਾਂ ਬਟਨਾ ਮਲ ਕੇ ਸਭ ਕਰਦੀਆਂ, ਕਿਉਂਕਿ ਇਹਨੇ ਆਪਣੇ ਪਤੀ ਨੂੰ ਮਿਲਣਾ ਹੈ, ਆਪਣੇ ਮਾਲਕ ਨੂੰ ਮਿਲਣਾ ਹੈ। ਤੇ ਇਧਰ ਸੁਹਾਗਣਾ ਕਿਹੜੀਆਂ ਲਈਏ ਜਿਹੜੀਆਂ ਤੇਲ ਪਾਉਣ, ਕਹੋ ਸਤਨਾਮ ਸ੍ਰੀ। ਇਧਰ ਸੱਤੇ ਗਿਆਨ ਇੰਦਰੀਆਂ ਸਾਡੀਆਂ, ਕੰਨਾਂ ਦੇ ਨਾਲ ਸੁਣੀਏ, ਅੱਖਾਂ ਨਾਲ ਦਰਸ਼ਨ ਕਰੀਏ, ਜੀਭਾ ਦੇ ਨਾਲ ਉਚਾਰਨ ਕਰੀਏ। ਔਰ ਇਸ ਤਰ੍ਹਾਂ ਗੁਰੂ ਪਿਆਰਿਓ, ਇਹ ਜੋ ਸੱਤ ਗਿਆਨ ਇੰਦਰੇ ਸਾਡੇ ਚਿਹਰੇ ਤੇ ਲੱਗੇ ਹੈ, ਨਾਸਕਾ, ਜੇਬਾ, ਅੱਖਾਂ, ਕੰਨ, ਇਹ ਸੱਤੇ ਉਦੋਂ ਸੁਹਾਗਣ ਬਣਦੀਆਂ ਜਦੋਂ ਜੀਵ ਗੁਰੂ ਵਾਲਾ ਬਣਦਾ। ਗੁਰ ਘਰ ਜਨਮੇ ਗਵਨ ਮਿਟਾਇਆ, ਅਨਹਦ ਰਾਤੇ ਇਹ ਮਨ ਲਾਇਆ। ਆਓ ਇਹਨਾਂ ਦੇ ਰਾਹੀਂ ਅਸੀਂ ਪਰਮੇਸ਼ਰ ਦੇ ਨਾਮ ਰੂਪੀ ਤੇਲ ਨੂੰ ਸੁਰਤ ਦੇ ਸਿਰ ਵਿੱਚ ਪਾਈਏ। ਕਹੋ ਸਤਨਾਮ ਸ੍ਰੀ। ਮਿਲ ਕਰ ਪਾਵੋ ਤੇਲ, ਭਾਵ ਖੁਦ ਨਾਮ ਜਪੀਏ, ਸਿਮਰਨ ਕਰੀਏ, ਸੇਵਾ ਕਰੀਏ, ਬੰਦਗੀ ਕਰੀਏ, ਔਰ ਸੰਗਤਾਂ ਦੀਆਂ ਅਸੀਸਾਂ ਵੀ ਲਈਏ ਸੇਵਾ ਕਰਕੇ। ਦੇਹੋ ਸੱਜਣੀ ਅਸੀਸੜੀਆਂ। ਵਿਆਹ ਨਹੀਂ ਹੁੰਦਾ, ਵਿਆਹ ਦੇ ਵਿੱਚ ਫਿਰ ਮੇਲ ਗੇ ਲਾ ਕੇ ਵਧਾਈਆਂ ਦਿੰਦਾ। ਪੁਰਾਣੇ ਸਮੇਂ 'ਚ ਬੁੱਢੀਆਂ ਮਾਈਆਂ ਜਿਹੜੀਆਂ ਤੂੰ ਬੁੱਢ ਸੁਹਾਗਣ ਹੋਵੇਂ, ਭਾਵ ਲੰਬੀ ਉਮਰ ਬਾਰੇ, ਅਖੀਰ ਤੱਕ ਤੂੰ ਸੁਹਾਗਣ ਰਹੇ, ਦੁੱਧੀ ਨਾਵੇਂ ਪੁੱਤੀ ਫਲੇ। ਤੇ ਅਸੀਂ ਕਿਹੜੀਆਂ ਅਸੀਸਾਂ ਲੈਣੀਆਂ? ਸਾਨੂੰ ਸੰਗਤ ਕਿਰਪਾ ਕਰਕੇ ਅਸ਼ੀਸ਼ ਦੇਵੇ ਕਿ ਸਾਡਾ ਵੀ ਉਸ ਮਾਲਕ ਦੇ ਨਾਲ ਮੇਲ ਹੋਵੇ। ਪਰ ਇਹ ਅਸੀਸ ਤਾਂ ਹੀ ਲੈ ਸਕਦੇ ਹਾਂ ਜੇ ਅਸੀਂ ਗੁਰੂ ਦੀ ਸੇਵਾ, ਸੰਗਤ ਦੀ ਸੇਵਾ ਤੇ ਗੁਰੂ ਦਾ ਸਿਮਰਨ ਕਰਾਂਗੇ। ਕਹੋ ਸਤਨਾਮ ਸ੍ਰੀ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਹਿਬ ਸਿਓ ਮੇਲ। ਸਾਰੀਆਂ ਹੀ ਮੇਲ ਗਿਲ ਵਿੱਚ ਆਈਆਂ ਬੀਬੀਆਂ ਗੁਰੂ ਪਿਆਰੋ, ਸਾਰੀਆਂ ਉਸ ਬੱਚੀ ਨੂੰ ਤਰ੍ਹਾਂ ਤਰ੍ਹਾਂ ਦੀਆਂ ਅਸ਼ੀਰਵਾਦਾਂ ਦਿੰਦੀਆਂ, ਅਸੀਸਾਂ ਦੇ ਰੂਪ 'ਚ ਗਿਫਟ ਵੀ ਦਿੰਦੀਆਂ ਅਨੇਕਾਂ ਤਰ੍ਹਾਂ ਦੀਆਂ। ਇਸ ਕਰਕੇ ਗੁਰੂ ਪਿਆਰਿਓ, ਆਓ ਆਪਾਂ ਵੀ ਗੁਰਮੁਖਾਂ ਤੋਂ ਅਸੀਸ ਲੈਣੀ ਆ, ਰੱਬ ਦੇ ਪਿਆਰਿਆਂ ਦੀ ਸੰਗਤ ਕਰਨੀ ਆ, ਉਹਨਾਂ ਦੇ ਮੁਖ 'ਚੋਂ ਸਾਡੇ ਪ੍ਰਤੀ ਚੰਗੇ ਬਚਨ ਪ੍ਰਾਪਤ ਹੋਣ ਸਾਨੂੰ, ਤਾਂ ਉਹਨਾਂ ਦੇ ਬਚਨ ਵੀ ਸਾਨੂੰ ਜਿਹੜੇ ਹਨ ਪਰਮੇਸ਼ਰ ਦੇ ਨਾਲ ਮਿਲਾਉਣ ਵਾਲੇ ਹਨ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਹਿਬ ਸਿਓ ਮੇਲ, ਸਿੱਖੋ ਯਾਦ ਰੱਖਿਓ। ਘਰ ਘਰ ਇਹੋ ਪਹੁੰਚਾ। ਸ਼ਾਮ ਨੂੰ ਸੌਣ ਵੇਲੇ ਇਹ ਗਾਉਣਾ ਨਾ ਸੋਹਲਾ ਸਾਹਿਬ ਆਪਾਂ, ਤਾਂ ਗਾਉਣ ਵੇਲੇ ਇਹ ਵੀ ਯਾਦ ਰੱਖਣਾ ਕਿ ਤੜਕੇ ਪਤਾ ਨਹੀਂ ਉੱਠੀਏ ਕਿ ਨਾ ਉੱਠੀਏ, ਰਾਤ ਨੂੰ ਅਰਦਾਸ ਕਰਕੇ ਪਈਏ, ਮਹਾਰਾਜ ਆਪਣੇ ਚਰਨਾਂ ਨਾਲ ਜੋੜ ਕੇ ਹੀ ਰੱਖੀ। ਕਹੋ ਸਤਨਾਮ ਸ੍ਰੀ। ਤੜਕੇ ਦਾ ਪਤਾ ਨਹੀਂ ਉੱਠਣ ਦਾ, ਕਈ ਨਹੀਂ ਉੱਠੇ ਹੋਣੇ ਅੱਜ ਤੜਕੇ, ਆਪਾਂ ਉੱਠ ਖੜੇ ਹਾਂ ਤਾਂ ਆਪਾਂ ਸ਼ੁਕਰੀਆ ਕਰੀਏ ਕਿ ਇੱਕ ਦਿਨ ਹੋਰ ਵਿਖਾਇਆ। ਕਹੋ ਸਤਨਾਮ ਸ੍ਰੀ। ਬਹੁਤ ਸਾਰੇ ਸੁੱਤੇ ਵੀ ਰਹਿ ਗਏ ਹੋਣਗੇ ਰਾਤ ਨੂੰ। ਤੋ ਪਾਤਸ਼ਾਹ ਕਹਿੰਦੇ ਇਹ ਚਿੱਠੀਆਂ ਪਹੁੰਚਾ, ਵਿਆਹ ਦੀ ਚਿੱਠੀ ਆਉਂਦੀ ਹੈ, ਇੱਕ ਸਾਹੇ ਚਿੱਠੀ ਆਉਂਦੀ ਹੈ, ਇੱਕ ਮੌਤ ਦੀ ਚਿੱਠੀ ਆਉਂਦੀ ਹੈ, ਦੋਨੇ ਇੱਕੋ ਜਿਹੀਆਂ। ਸਾਹੀ ਚਿੱਠੀ ਲੜਕੀ ਨੂੰ ਪੇਕਿਆਂ ਤੋਂ ਵਿਛੋੜ ਕੇ ਪਤੀ ਦੇ ਸਹੁਰਿਆਂ ਨਾਲ, ਪਤੀ ਦੇ ਘਰ ਨਾਲ ਮਿਲਾਉਂਦੀ ਹੈ, ਤੇ ਇਹ ਮੌਤ ਦੀ ਚਿੱਠੀ ਸਾਨੂੰ ਸੰਸਾਰ ਨਾਲੋਂ ਤੋੜ ਕੇ ਜੇ ਨਾਮ ਜਪੀਏ ਤੇ ਪਰਮੇਸ਼ਰ ਨਾਲ ਮਿਲਾਉਂਦੀ ਹੈ। ਕਹੋ ਸਤਨਾਮ ਸ੍ਰੀ। ਪਰ ਸ਼ਰਤ ਹੈ ਨਾਮ ਜਪੀਏ। ਇੱਕ ਥਾਂ ਤੇ ਬਾਬਾ ਨਾਨਕ ਜੀ ਗਏ, ਪਿੰਡ ਵਾਲਿਆਂ ਦੇ ਵਿੱਚ ਕੀ ਦੇਖਿਆ, ਲੋਕ ਬੜੇ ਨੱਚ ਰਹੇ ਆ, ਖੁਸ਼ੀਆਂ ਮਨਾ ਰਹੇ ਹੈ। ਮਰਦਾਨਾ ਕਹਿੰਦਾ ਜੀ ਇਹ ਨੱਚੀ ਕਿਉਂ ਜਾਂਦੇ ਆ? ਕਹਿੰਦੇ ਪਤਾ ਕਰਕੇ ਆ। ਪਤਾ ਕੀਤਾ, ਪੁੱਛਿਆ ਵੀ ਨੱਚੀ ਕਿਉਂ ਜਾਂਦੇ ਹੋ, ਕੀ ਗੱਲ ਹੈ, ਬੜੀਆਂ ਖੁਸ਼ੀਆਂ ਮਨਾਉਂਦੇ ਹੋ? ਕਹਿੰਦੇ ਅੱਜ ਸਾਡਾ ਇੱਕ ਮਨੁੱਖ, ਸਾਡੇ ਪਰਿਵਾਰ ਦਾ ਇੱਕ ਮੈਂਬਰ ਪਰਮੇਸ਼ਰ ਨਾਲ ਮਿਲ ਗਿਆ। ਕਹਿੰਦੇ ਤੁਹਾਨੂੰ ਕੀ ਪਤਾ? ਕਹਿੰਦੇ ਆ ਮਰ ਗਿਆ ਨਾ, ਮਰ ਕੇ ਉੱਥੇ ਹੀ ਜਾਂਦਾ ਹੈ। ਮਰਦਾਨਾ ਜੀ ਕਹਿੰਦੇ ਜੀ ਐਂ ਕਹਿੰਦੇ ਆ। ਬਾਬਾ ਕਹਿੰਦੇ ਮੂਰਖ ਹੈ, ਕੀ ਪਤਾ ਮਰ ਕੇ ਕਿੱਧਰ ਨੂੰ ਗਿਆ, ਕਿਉਂਕਿ ਅੰਤਕਾਲ ਜਿਹੋ ਜਿਹਾ ਫੁਰਨਾ ਬਣਾਵੇਗਾ ਜੀਵ ਉਧਰ ਨੂੰ ਜਾਵੇਗਾ। ਤੁਸੀਂ ਗੁਰੂ ਘਰ 'ਚ ਬੈਠੇ ਹੋ, ਸਾਡੇ ਭਾਣ ਤਾਂ ਤੁਸੀਂ ਇੱਥੋਂ ਨਿਕਲ ਕੇ ਘਰੇ ਗਏ ਹੋ, ਪਰ ਮੈਨੂੰ ਕੀ ਪਤਾ ਤੁਸੀਂ ਘਰੇ ਗਏ ਕਿ ਦੂਜੇ ਪਾਸੇ ਨੂੰ ਚਲੇ ਗਏ। ਕਹੋ ਸਤਨਾਮ। ਕਿਸੇ ਨੂੰ ਵੀ ਨਹੀਂ ਪਤਾ ਕਿਸੇ ਦੀ ਮੌਤ ਤੋਂ ਬਾਅਦ ਉਹ ਕਿੱਧਰ ਨੂੰ ਗਿਆ। ਬਾਬਾ ਨਾਨਕ ਜੀ ਪਿੰਡ ਵਾਲ ਨੂੰ ਸਮਝਾਉਂਦੇ ਆ, ਭਰਿਓ ਪਰਮੇਸ਼ਰ ਨਾਲ ਮਿਲਣ ਦਾ ਢੰਗ ਹੈ ਤੁਹਾਡੇ ਦਿਮਾਗ ਵਿੱਚ ਆਖਰੀ ਵੇਲੇ ਪਰਮੇਸ਼ਰ ਦਾ ਨਾਮ ਚੱਲਦਾ ਹੋਵੇ ਤਾਂ ਤੁਸੀਂ ਉੱਥੇ ਜਾਓਗੇ। ਅੰਤਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮਹਿ ਜੇ ਮਰੇ,
ਬੜਤ ਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੇ ਦੇ ਵਸੇ। ਤੇ ਜੇ ਅੰਤ ਕਾਲ ਜੇ ਲੜਕੇ ਸਿਮਰੇ, ਜੇ ਮਰਦਾ ਹੋਇਆ ਕਹਿੰਦਾ ਹਾਏ ਮੇਰੇ ਬੱਚਿਆਂ ਦਾ ਕੀ ਬਣੂਗਾ। ਪਰਮੇਸ਼ਰ ਕਹਿੰਦੇ ਬੱਚਿਆਂ ਨੂੰ ਸੰਭਾਲਣਾ ਹੈ ਤੇ ਜਾ ਤੈਨੂੰ ਸੂਰ ਬਣਾ ਦਿੰਨੇ ਆ, ਉਹਦੇ 18-20 ਹੁੰਦੀ ਆ, ਲਈ ਫਿਰੀ ਮਗਰੇ ਮਗਰ। ਕਹੋ ਸਤਨਾਮ ਸ੍ਰੀ। ਸੂਕਰ ਜੋਨ ਹੋਏ ਬਲ ਬਲ ਉਤਰੇ, ਅਰੀ ਮਾਈ ਗੋਬਿੰਦ ਨਾ ਮਤ ਵਿਸਰੇ। ਅੰਤ ਕਾਲ ਜੇ ਇਸਤਰੀ ਸਿਮਰੇ, ਜੇ ਮਰਦਾ ਹੋਇਆ ਕਹਿੰਦਾ ਹਾਏ ਮੇਰੀ ਘਰ ਵਾਲੀ ਕੀ ਕਰੂਗੀ, ਉਹਦਾ ਕੀ ਬਣੂਗਾ, ਮੈਂ ਮਰ ਗਿਆ। ਪਾਸ਼ਾ ਕਹਿੰਦੇ ਇਸਤਰੀ ਜਾਮਾ ਵਧੀਆ ਲੱਗਦਾ, ਜਾਂ ਤੈਨੂੰ ਬੇਸਵਾ ਬਣਾ ਦਿੰਨੀ ਆ, ਇਸਤਰੀ ਬਣਾ ਦਿੰਨੇ ਆ। ਬੇਸਵਾ ਜੋਨ ਹੋਏ ਬਲ ਬਲ ਉਤਰੇ, ਅੰਤ ਕਾਲ ਜੇ ਮੰਦਰ ਸਿਮਰੇ, ਜੇ ਮਰਦਾ ਹੋਇਆ ਕਹਿੰਦਾ ਹੈ ਮੇਰੀ ਕੋਠੀ ਮੈਂ ਮਸਾਂ ਪਾਈ ਸੀ, ਸਾਰੀ ਜ਼ਿੰਦਗੀ ਕੋਠੀ ਪਾਉਣ ਤੇ ਲਾ ਦਿੱਤੀ ਆ, ਸਾਰੀ ਸੰਪਤੀ ਕੋਠੀ ਬਣਾਉਣ ਤੇ ਲਾ ਦਿੱਤੀ ਆ, ਹੁਣ ਮੈਂ ਕਿੱਥੇ ਰਹੂੰਗਾ। ਕਿਉਂਕਿ ਮਰਨ ਤੋਂ ਬਾਅਦ ਤਾਂ ਪਰਮੇਸ਼ਰ ਕੋਲ ਜਾਣਾ ਸੀ, ਪਰ ਕਹਿੰਦਾ ਮੈਂ ਕਿੱਥੇ ਰਹੂੰਗਾ। ਪਰਮੇਸ਼ਰ ਕਹਿੰਦੇ ਇਸੇ ਕੋਠੀ 'ਚ ਹੀ ਰਹਿ ਪਾ, ਭੂਤ ਪ੍ਰੇਤ ਬਣ ਕੇ ਤੁਰਿਆ ਫਿਰ, ਹੁਣ ਤੈਨੂੰ ਕੋਈ ਸਰੀਰ ਨਹੀਂ ਮਿਲੇਗਾ। ਕਹੋ ਸਤਨਾਮ ਭਈ ਪ੍ਰਾਪਤ ਮਨੁੱਖ ਦੇ ਹੁਰੀਆ। ਪਿੱਛੇ ਆਪਾਂ ਸਰਵਣ ਕੀਤਾ ਸੀਗਾ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਇੱਕ ਚਾਂਸ ਮਿਲਿਆ, ਵਾਰੀ ਮਿਲੀ ਹੈ ਪਰਮੇਸ਼ਰ ਨੂੰ ਮਿਲਣ ਦੀ। ਅਵਰ ਕਾਜ ਤੇਰਾ ਕਿਤੇ ਨਾਕਾਮ, ਬਾਕੀ ਦੇ ਸਾਰੇ ਕੰਮ ਤੇਰੇ ਕਿਸੇ ਕੰਮ ਨਹੀਂ ਆਉਣ ਵਾਲੇ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵਜਲ ਤਰਨ ਕੈ। ਸੰਸਾਰ ਸਮੁੰਦਰ ਚੋਂ ਨਿਕਲਣ ਦੀਆਂ ਤਿਆਰੀਆਂ ਕਰ, ਇੰਤਜ਼ਾਮ ਕਰ, ਇਹ ਚੋਂ ਟੱਪਣ ਦਾ ਇੰਤਜ਼ਾਮ ਕਰ। ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ, ਨਹੀਂ ਤਾਂ ਤੇਰਾ ਜੀਵਨ ਬਰਬਾਦ ਵੱਲ ਜਾ ਰਿਹਾ, ਖਤਮ ਹੁੰਦਾ ਜਾ ਰਿਹਾ, ਮਾਇਆ ਵਿੱਚ ਫਸ ਕੇ ਰਹਾਓ। ਜਿਹਨੂੰ ਸਮਝ ਆਈ ਉਹ ਕਹਿੰਦਾ ਮਹਾਰਾਜ ਮੈਂ ਤਾਂ ਜ਼ਿੰਦਗੀ ਸਾਰੀ ਖਰਾਬ ਕਰਤੀ ਆ, ਹੁਣ ਮੇਰਾ ਕੀ ਬਣੂਗਾ। ਜਪ ਤਪ ਸੰਜਮ ਧਰਮ ਨਾ ਕਮਾਇਆ, ਨਾ ਮੈਂ ਜਪ ਕੀਤਾ ਨਾ ਮੈਂ ਤਪ ਕੀਤਾ। ਸਿੱਖੀ ਦੇ ਵਿੱਚ ਜਪ ਕਰਨਾ, ਬਾਣੀ ਪੜ੍ਹਨਾ ਹੈ, ਤੇ ਤਪ ਸਾਡੇ ਵਾਸਤੇ ਸੇਵਾ ਹੈ। ਕਹੋ ਸਤਨਾਮ। ਸੇਵਾ ਤੇ ਸਿਮਰਨ ਇਹ ਸਾਡੇ ਦੋ ਖੰਭ ਹਨ। ਬਾਬਾ ਜੀ ਕਹਿੰਦੇ ਜਪ ਤਪ ਸੰਜਮ ਧਰਮ ਨਾ ਕਮਾਇਆ। ਸੇਵਾ ਸਾਧ ਨਾ ਜਾਣਿਆ, ਨਾ ਮੈਂ ਸੇਵਾ ਕੀਤੀ ਨਾ ਸਾਧਨਾ ਕੀਤੀ, ਨਾ ਜਾਣਿਆ ਹਰ ਰਾਇਆ, ਨਾ ਮੈਂ ਪਰਮੇਸ਼ਰ ਨੂੰ ਮਿਲਣ ਦਾ ਇੰਤਜ਼ਾਮ ਕੀਤਾ, ਹੁਣ ਮੇਰਾ ਕੀ ਬਣੂਗਾ। ਕਹੋ ਨਾਨਕ ਹਮ ਨੀਚ ਕਰਮਾ, ਮੈਂ ਤਾਂ ਸਾਰੀ ਜ਼ਿੰਦਗੀ ਮਾੜੇ ਕੰਮ ਹੀ ਕਰਦਾ ਰਿਹਾ, ਨੀਚ ਕਰਮ ਕਰਦਾ ਰਿਹਾ। ਸਰਨ ਪਰੇ ਕੀ ਰਾਖੋ ਸ਼ਰਮਾ, ਜੇ ਆਖਰੀ ਵੇਲੇ ਏਦਾਂ ਬੇਨਤੀ ਕਰ ਲਵੇ ਤਾਂ ਵੀ ਤੈਨੂੰ ਬਖਸ਼ ਲਵੇਗਾ। ਏਕ ਚੀਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ बीच न आयो सन परे की राखो शर्मा। पिछले दिन श्रवण किया सी आपां, तो इस शब्द की आखिरी पंक्ति की है, घर घर ए हो पहुँचा। हर घर दे विचे चिट्ठी आनी है, एक दिन विआह अपने मौत की, विआह की भी आउंदी है, मौत की भी आनी है। घर घर ए हो पहुँचा सदड़े नित पवन, ये जीव नूं रोज़ सदे पैंदे आ। ये कौन सददा है, आओ आपां उहदी जानकारी लईए। कहो सतनाम श्री। ये सानू कौन सददा है, कौन बुलाउंदा है अपने घर विच। तुम घर आवो मेरे मीत, तुमरे दोखी हरे आप निवारे। अपदा भई बतीत, आओ उहनूं जाणीए वो कौन है जिहड़ा सानू सदे दे भेज रहा है। कल नूं उहदे कोले जाना है, दिन अपने ते भी यह आउणा है, याद रखिए। सदन हारा सिमरिए नानक से देह आवन। वो दिन साडे उत्ते भी एक दिन आउणा है। वो दिन आवे, असी उस तो पहला पहला गुरु वाले बन के उस दे लड़ लग जाइए, और जब शरीर नूं त्यागीए तो अपने घरे जाइए। ये सी सोला साहिब दे पहले शब्द की विचार। अगले शब्द की विचार आपां कल दे दवाना भी सरवण करांगे। बोलदे अनेकां अखर बाद घाट हो जाते। सिख संगतां ते सतगुरु बख्शण योग है, बख्श लेना जी। समाप्ति करिए। मिलाओ फतेह, पाओ फतेह। वाहिगुरु जी का खालसा, वाहिगुरु जी की फतेह।